ਭਗਤ ਸਧਨਾ ਜੀ ਦੇ ਜੀਵਨ ਦੀ ਜਯੰਤੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਭਗਤ ਸਧਨਾ ਜੀ ਦੇ ਜੀਵਨ ਦੇ ਬਾਰੇ ਚ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ, ਮਿਲਦੀ ਨਹੀਂ। ਲੇਕਿਨ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਇੱਕ ਸ਼ਬਦ ਆਇਆ ਰਾਗ ਬਿਲਾਵਲ ਵਿੱਚ, ਇੱਕ ਹੀ ਸ਼ਬਦ ਹੈ ਔਰ ਉਹ ਸ਼ਬਦ ਪੂਰਾ ਅਧਿਆਤਮਿਕਤਾ ਦਾ ਸਾਰ ਹੈ। ਅੱਜ ਅਸੀਂ ਉਹ ਸ਼ਬਦ ਵੀ ਲਵਾਂਗੇ। ਲੇਕਿਨ ਅਗਰ ਕਿਸੇ ਵੀ ਸੰਤ ਭਗਤ ਦੇ ਜੀਵਨ ਦੇ ਬਾਰੇ ਚ ਜਾਣਕਾਰੀ ਨਹੀਂ ਵੀ ਹੈ, ਪਰ ਇਹ ਜਾਣਕਾਰੀ ਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਮਿਲ ਜਾਂਦੀ ਹੈ ਕਿ ਉਹਨਾਂ ਦੀ ਸਿੱਖਿਆ ਕੀ ਸੀ, ਉਹਨਾਂ ਨੇ ਸੰਸਾਰ ਨੂੰ ਕੀ ਸਿਖਾਇਆ, ਕੀ ਦਿੱਤਾ, ਉਹ ਜਾਣਕਾਰੀ ਤੇ ਸਾਨੂੰ ਮਿਲ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਉਪਕਾਰ ਕੀਤਾ ਮਾਨਵਤਾ ਤੇ, ਕਿ ਸਾਰੇ ਸੰਤਾਂ ਭਗਤਾਂ ਦੀ ਬਾਣੀ ਜਿਹੜੀ ਹੈ ਉਹਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦਿੱਤੀ। ਅੱਜ ਜਿੱਥੇ ਅਸੀਂ ਗੁਰੂਆਂ ਨੂੰ ਮੱਥਾ ਟੇਕਨੇ ਆ, ਪ੍ਰਗਟ ਗੁਰਾਂ ਦੀ ਦੇਹ ਮੰਨਨੇ ਆ, ਉੱਥੇ ਅਸੀਂ ਉਹਨਾਂ ਸਾਰੇ ਸੰਤਾਂ ਭਗਤਾਂ ਨੂੰ ਮੱਥਾ ਟੇਕਨੇ ਆ। ਜਾਤੀ ਪਾਤੀ ਕੰਮ ਦੇ ਭੇਦ ਭਾਵ ਤੋਂ ਕਿ ਕਿਹਦਾ ਕੀ ਕੰਮ ਹੈ ਉਹ ਤੋਂ ਉੱਤੇ ਉੱਠ ਕੇ ਬ੍ਰਹਮ ਗਿਆਨ ਜਿਹਨੇ ਪਾਇਆ, ਤत्व ਗਿਆਨ ਜਿਹਨੇ ਪਾਇਆ ਔਰ ਉਹਨੂੰ ਜੀਵਨ ਵਿੱਚ ਜੀ ਕੇ ਦਿਖਾਇਆ, ਉਹਨਾਂ ਸਾਰਿਆਂ ਦੀ ਬਾਣੀ ਭਗਤਾਂ ਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ। ਭਗਤ ਸਧਨਾ ਜੀ ਉਹ ਕਸਾਈ ਸੀ, ਪੇਸ਼ੇ ਤੋਂ ਕਸਾਈ ਸਨ, ਕਿਉਂਕਿ ਉਹਨਾਂ ਦੀ ਜਿਹੜੇ ਪੈਤ੍ਰਿਕ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰਿਕ ਪੇਸ਼ਾ ਸੀ ਉਹ ਕਸਾਈ ਸਨ ਤੇ ਉਹਨਾਂ ਦਾ ਉਹੀ ਪੇਸ਼ਾ ਉਹਨਾਂ ਨੇ ਆਪਣੇ ਅੱਗੇ ਅਪਣਾਇਆ। ਹੁਣ ਦੇਖੋ ਕਿ ਅਗਰ ਅਸੀਂ ਦੇਖੀਏ ਕਿ ਉਹ ਕਸਾਈ ਸਨ, ਲੇਕਿਨ ਉਹਨਾਂ ਦੀ ਬਾਣੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ, ਔਰ ਉਹ ਜਿਹੜਾ ਸ਼ਬਦ ਹੈ ਉਹਦੇ ਵਿੱਚ ਉਹਨਾਂ ਨੇ ਪੂਰਾ ਅਧਿਆਤਮ ਦਾ ਜਿਹੜਾ ਕਰਮ ਸਿਧਾਂਤ ਹੈ ਉਹਨੂੰ ਦਿਖਾਇਆ, ਸਮਝਾਇਆ। ਇੱਕ ਮਿੰਟ, प्रेजेंटेशन नजर आ रही है मैम? हाँ जी आ रही। हाँ जी मैम जी। तो पेशे तो कसाई सन ਤੇ ਜਿਸ ਵੇਲੇ ਉਹਨਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ, ਬ੍ਰਹਮ ਗਿਆਨ ਦੀ, ਤੇ ਫਿਰ ਉਹ ਹੱਥ ਚੋਂ ਛੁਰਾ ਛੁੱਟ ਗਿਆ ਤੇ ਮਾਲਾ ਆ ਗਈ। ਔਰ ਬਹੁਤ ਪਿਆਰੀ ਘਟਨਾ ਹੈ ਜਿਹੜੀ ਕਰਮ ਸਿਧਾਂਤ ਨਾਲ ਬਹੁਤ ਗਹਿਰੇ ਨਾਲ ਜੁੜੀ ਹੋਈ ਹੈ। 1180 ਈਸਵੀ ਸਿੰਧ ਪ੍ਰਾਂਤ ਹੈਦਰਾਬਾਦ ਸਹਿਵਾਨ ਜਿਹੜਾ ਜਗ੍ਹਾ ਹੈ ਸ਼ਰੀਫ, ਉੱਥੇ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਹੋਰ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਮੈਨੂੰ ਕਿਧਰੋਂ ਵੀ। ਹੁਣ ਇਹ ਕਹਿੰਦੇ ਨੇ ਕਿ ਇੱਕ ਵਾਰ ਉਹਨਾਂ ਨੂੰ ਸਾਲਗ੍ਰਾਮ ਜਿਹੜਾ ਪੱਥਰ ਸੀ ਉਹ ਮਿਲਿਆ, ਜਿਹਦੀ ਪੂਜਾ ਕਰਦੇ ਨੇ ਹਿੰਦੂ ਭੈਣ ਭਰਾ, ਤੇ ਉਹਨਾਂ ਨੇ ਉਹ ਪੱਥਰ ਨੂੰ ਉਹਦੇ ਨਾਲ ਹੀ ਮਾਸ ਤੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਵਾਟ ਦੀ ਤਰ੍ਹਾਂ, ਜਿਸ ਤਰ੍ਹਾਂ ਵਜਨ ਕਰਨ ਵਾਲੇ ਵੱਟੇ ਦੀ ਤਰ੍ਹਾਂ ਇਸਤੇਮਾਲ ਕੀਤਾ, ਤੇ ਉਹਦੇ ਨਾਲ ਹੀ ਉਹ ਮਾਸ ਤੋਲ ਕੇ ਦਿੰਦੇ ਸੀ। ਤੇ ਇੱਕ ਵੈਸ਼ਨਵ ਪੰਡਿਤ ਨੇ ਦੇਖਿਆ ਤੇ ਉਹਨੂੰ ਬੜਾ ਬੁਰਾ ਲੱਗਾ ਕਿ ਇਹ ਤੇ ਸਾਲਗ੍ਰਾਮ ਨਾਲ ਮਾਸ ਤੋਲ ਕੇ ਦੇ ਰਹੇ ਨੇ। ਤੇ ਉਹਨਾਂ ਨੇ ਕਿਹਾ ਕਿ ਸਧਨਾ ਜੀ ਇਹ ਪੱਥਰ ਤੁਸੀਂ ਮੈਨੂੰ ਦੇ ਦਿਓ, ਤੁਸੀਂ ਹੋਰ ਕਿਸੇ ਵੱਟੇ ਨਾਲ ਮਾਸ ਤੋਲੋ। ਉਹਨਾਂ ਨੇ ਦੇ ਦਿੱਤਾ, ਕਿਉਂਕਿ ਉਹਨਾਂ ਦੀ ਕੋਈ ਉਹ ਭਾਵਨਾ ਨਹੀਂ ਸੀ ਜੁੜੀ ਹੋਈ ਉਸ ਪੱਥਰ ਨਾਲ, ਤੇ ਉਹਨਾਂ ਨੇ ਦੇ ਦਿੱਤਾ। ਜਿਸ ਵੇਲੇ ਉਹ ਪੰਡਿਤ ਘਰ ਆਇਆ ਔਰ ਉਹਨੇ ਉਹ ਸਾਲਗ੍ਰਾਮ ਦਾ ਪੱਥਰ ਧੋ ਕੇ ਉਹਦੇ ਤੇ ਫੁੱਲ ਮਾਲਾ ਚੜਾ ਕੇ ਉਹਨੂੰ ਸਹੀ ਜਗ੍ਹਾ ਤੇ ਉਹਦਾ ਪ੍ਰਸਥਾਪਨਾ ਕਰਕੇ ਤੇ ਪੂਜਾ ਕੀਤੀ, ਔਰ ਜਿਸ ਟਾਈਮ ਰਾਤੀ ਸੋ ਗਿਆ ਤੇ ਸੁਪਨੇ ਵਿੱਚ ਉਹਨੂੰ ਸਾਲਗ੍ਰਾਮ ਭਗਵਾਨ ਨੇ ਆ ਕੇ ਕਿਹਾ
ਕਿ ਮੈਂ ਆਪਣੇ ਭਗਤ ਕੋਲ ਬਹੁਤ ਖੁਸ਼ ਸੀ, ਤੂੰ ਮੈਨੂੰ ਲਿਆ ਕੇ ਠੀਕ ਨਹੀਂ ਕੀਤਾ, ਤੂੰ ਮੈਨੂੰ ਵਾਪਸ ਉੱਥੇ ਹੀ ਛੱਡਿਆ। ਤੇ ਉਹ ਪੰਡਿਤ ਬਹੁਤ ਹੀ ਹੈਰਾਨ ਹੋਇਆ ਕਿ ਉਹ ਤੇ ਇਸ ਪੱਥਰ ਨਾਲ ਮਾਸ ਤੋਲਦਾ ਹੈ। ਤੇ ਉਹਨਾਂ ਨੇ ਕਿਹਾ ਨਹੀਂ, ਉਹਦਾ ਮੈਨੂੰ ਪ੍ਰੇਮ ਬਹੁਤ ਅੱਛਾ ਲੱਗਦਾ, ਤੂੰ ਮੈਨੂੰ ਵਾਪਸ ਉੱਥੇ ਹੀ ਛੋੜਿਆ। ਤੇ ਫਿਰ ਪੰਡਿਤ ਉਹ ਜਿਹੜਾ ਸਾਲਗ੍ਰਾਮ ਸੀ ਉਹ ਆ ਕੇ ਵਾਪਸ ਸਤਨਾ ਜੀ ਨੂੰ ਦੇ ਗਿਆ। ਹੁਣ ਜਿਸ ਵੇਲੇ ਇੱਕ ਵਾਰ ਕਹਿੰਦੇ ਨੇ ਕਿ ਉਹ ਜਿਸ ਵੇਲੇ ਆਪਣੀ ਦੁਕਾਨ ਵਧਾਉਣ ਲੱਗੇ ਸੀ ਸ਼ਾਮ ਦੇ ਟਾਈਮ, ਤੇ ਮਾਸ ਖਤਮ ਹੋ ਗਿਆ ਜਿੰਨਾ ਵੀ ਉਹਨਾਂ ਨੇ ਕੱਟਿਆ ਸੀ। ਤੇ ਰਾਜਾ ਦੇ ਸਿਪਾਹੀ ਆਏ ਤੇ ਉਹਨਾਂ ਨੇ ਕਿਹਾ ਕਿ ਮਾਸ ਚਾਹੀਦਾ। ਤੇ ਭਗਤ ਤੇ ਉਸ ਵੇਲੇ ਨਹੀਂ ਬਣੇ, ਤੇ ਸਦਨਾ ਜੀ ਨੇ ਕਿਹਾ ਕਿ ਨਹੀਂ, ਹੁਣ ਬਚਿਆ ਨਹੀਂ ਹੈ ਮਾਸ, ਤੇ ਇਸ ਟਾਈਮ ਮੈਂ ਮਾਸ ਨਹੀਂ ਦੇ ਸਕਦਾ। ਉਹਨਾਂ ਨੇ ਕਿਹਾ ਨਹੀਂ, ਰਾਜੇ ਨੇ ਮੰਗਾਇਆ, ਮਾਸ ਤੇ ਚਾਹੀਦਾ ਹੈ, ਤੇ ਤੂੰ ਥੋੜਾ ਕੱਟ ਕੇ ਦੇ ਦੇ, ਤੇ ਬੱਕਰਾ ਮਰੇਗਾ ਵੀ ਨਹੀਂ, ਤੇ ਸਵੇਰੇ ਫਿਰ ਇਸਤੇਮਾਲ ਵੀ ਹੋ ਜਾਏਗਾ, ਮਾਸ ਖਰਾਬ ਵੀ ਨਹੀਂ ਹੋਏਗਾ। ਤੇ ਉਹਨਾਂ ਨੂੰ ਇਹ ਗੱਲ ਸਹੀ ਲੱਗੀ, ਜੱਚ ਗਈ, ਕਿਉਂਕਿ ਅਗਰ ਰਾਤੀ ਕੱਟ ਦਿੰਦੇ ਨੇ ਤੇ ਸਵੇਰ ਤੱਕ ਮਾਸ ਖਰਾਬ ਹੋ ਜਾਏਗਾ। ਤੇ ਜਿਸ ਵੇਲੇ ਉਹ ਛੁਰਾ ਲੈ ਕੇ ਬੱਕਰੇ ਨੂੰ ਕੱਟਣ ਲੱਗੇ ਤੇ ਬੱਕਰਾ ਹੱਸ ਪਿਆ। ਉਹ ਬੱਕਰਾ ਜਿਸ ਵੇਲੇ ਹੱਸਿਆ ਤੇ ਬਹੁਤ ਹੈਰਾਨ ਹੋਏ, ਤੇ ਉਹ ਬੱਕਰੇ ਨੇ ਕਿਹਾ ਕਿ ਕਦ ਤੱਕ ਇਹੀ ਚੱਲਦਾ ਰਹੇਗਾ? ਪਿਛਲੇ 500 ਜਨਮਾਂ 'ਚ ਮੈਂ ਕਸਾਈ ਬੰਨਾ ਤੇ ਤੂੰ ਬੱਕਰਾ ਬੰਨਾ, ਤੂੰ ਕਸਾਈ ਬੰਨਾ ਮੈਂ ਬੱਕਰਾ ਬੰਨਾ, ਤੇ ਅੱਜ ਤੇ ਨਵੀਂ ਸ਼ੁਰੂਆਤ ਕਰਨ ਲੱਗੇ ਹੋ ਕਿ ਮੈਂ ਹੁਣ ਸਾਰੀ ਰਾਤ ਤੜਪਦਾ ਰਹਾਂਗਾ, ਤੇ ਅਗਲੀ ਵਾਰੀ ਫਿਰ ਮੈਨੂੰ ਵੀ ਇਹੀ ਕਰਨਾ ਪਏਗਾ। ਤੇ ਉਹ ਨਵੀਂ ਸ਼ੁਰੂਆਤ ਹੋ ਗਈ ਨਾ। ਤੇ ਇਹ ਸੁਣ ਕੇ ਉਹਨਾਂ ਦੇ ਹੱਥ 'ਚੋਂ ਉਹ ਜਿਹੜਾ ਛੁਰਾ ਸੀ ਉਹ ਡਿੱਗ ਗਿਆ, ਔਰ ਉਹਨਾਂ ਦਾ ਜੀਵਨ ਉੱਥੋਂ ਬਦਲ ਗਿਆ। ਕਿ ਕਈ ਜਨਮਾਂ ਤੋਂ 500 ਜਨਮਾਂ ਤੋਂ ਇਹੀ ਕਰਦਾ ਆ ਰਿਹਾ ਕਿ ਬੱਕਰੇ ਕੱਟਦੇ ਜਾ ਰਹੇ ਆ। ਤੇ ਉਹ ਉੱਥੋਂ ਉਹਨਾਂ ਨੇ ਫਿਰ ਸਾਧਨਾ ਦੀ ਸ਼ੁਰੂਆਤ ਕੀਤੀ, ਪਰਮਾਤਮਾ ਦਾ ਚਿੰਤਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਹੜਾ ਵੀ ਸ਼ੁੱਧ ਮਨ ਨਾਲ ਪਰਮਾਤਮਾ ਦੇ ਰਸਤੇ 'ਚ ਚੱਲਦਾ ਹੈ, ਪਰਮਾਤਮਾ ਆਪ ਹੀ ਉਹਨੂੰ ਰਸਤਾ ਫਿਰ ਅੱਗੇ ਦੱਸਦਾ ਜਾਂਦਾ, ਬਣਾਉਂਦਾ ਜਾਂਦਾ ਉਹਦਾ ਰਸਤਾ। ਹੁਣ ਇਹ ਜਿਹੜਾ ਕਰਮ ਸਿਧਾਂਤ ਹੈ, ਅਸੀਂ ਸਾਰੇ ਬਹੁਤ ਜਗ੍ਹਾ ਤੇ ਇਹਨੂੰ ਸੁਣਿਆ, ਬਹੁਤ ਇਹਦੇ ਸੈਸ਼ਨਸ ਵੀ ਦੇਖੇ, ਲਏ ਵੀ, ਸਮਝਦੇ ਵੀ ਆ। ਲੇਕਿਨ ਕਹਿੰਦੇ ਨੇ ਭੋਗ ਬਿਨਾ ਨਾਸੇ ਨਹੀਂ, ਕਰਮ ਗਤੀ ਬਲਵਾਨ। ਅਗਰ ਕਿਸੇ ਨੂੰ ਇਹ ਲੱਗਦਾ ਨਾ ਕਿ ਮੈਂ ਜ਼ਿਆਦਾ ਦਾਨ ਕਰਕੇ, ਸੇਵਾ ਕਰਕੇ, ਕਿਸੇ ਵੀ ਤਰ੍ਹਾਂ ਨਾਲ ਪੁੰਨ ਕਰਕੇ ਮੈਂ ਕਰਮ ਤੋਂ ਬਚ ਸਕਣਾ, ਤੇ ਬਚ ਕੋਈ ਨਹੀਂ ਸਕਦਾ ਕਰਮ ਤੋਂ। ਕਰਮ ਹਰ ਕਿਸੇ ਨੂੰ ਭੋਗਣੇ ਪੈਂਦੇ ਨੇ, ਔਰ ਕਰਮ ਭੋਗਣੇ ਦਾ ਸਿਧਾਂਤ ਹੈ ਕਿ ਅਸੀਂ ਧਰਤੀ 'ਚ ਇੱਕ ਬੀਜ ਪਾਉਂਦੇ ਆ ਤੇ ਉਹ ਇੱਕ ਫਲ ਨਹੀਂ ਦਿੰਦਾ, ਫਿਰ ਅਣਗਿਣਤ ਫਲ ਦਿੰਦਾ, ਗਿਣੇ ਵੀ ਨਹੀਂ ਜਾਂਦੇ। ਤੇ ਚਾਹੇ ਅਸੀਂ ਕਰਮ ਅੱਛਾ ਕਰੀਏ, ਚਾਹੇ ਅਸੀਂ ਕਰਮ ਬੁਰਾ ਕਰੀਏ, ਉਹ ਕਰਮ ਸਾਨੂੰ ਫਿਰ ਲਗਾਤਾਰ ਫਲ ਦਿੰਦਾ ਹੀ ਰਹੇਗਾ, ਅੱਛੇ ਬੁਰੇ। ਔਰ ਤਾਂ ਹੀ ਆਤਮਾ ਇਸ ਅੱਛੇ ਬੁਰੇ ਦੋਨੋਂ ਫਲ ਦੇ ਚੱਕਰ ਵਿੱਚ ਫਸ ਜਾਂਦੀ ਹੈ। ਹੁਣ ਅਗਰ ਇਹ ਸੋਚੀਏ ਅਸੀਂ ਬੁਰੇ ਨਹੀਂ ਕਰ ਰਹੇ, ਅੱਛੇ ਹੀ ਕਰਦੇ ਜਾ ਰਹੇ ਹਾਂ, ਲੇਕਿਨ ਅੱਛੇ ਕਰਮ ਕਰਦੇ ਹੋਏ ਸਾਡੇ ਅੰਦਰ ਫਲ ਦੀ ਇੱਛਾ ਹੈ, ਵਾਪਸ ਪਾਣੇ ਦੀ ਇੱਛਾ ਹੈ, ਤਾਂ ਵੀ ਅਸੀਂ ਕਰਮ ਬੰਧਨ ਤੋਂ ਮੁਕਤ ਨਹੀਂ ਹੋ ਸਕਦੇ। ਔਰ ਕਰਮ ਸਿਧਾਂਤ ਨੂੰ ਬਿਲਕੁਲ ਅਸੀਂ ਨੈਗੇਟਿਵ ਗੱਲਾਂ ਨਾਲ, ਨਕਾਰਾਤਮਕ ਗੱਲਾਂ ਨਾਲ ਜੋੜ ਰਿਹਾ ਕਿ ਕੋਈ ਵੀ ਬਿਮਾਰੀ, ਦੁੱਖ ਆਇਆ ਤੇ ਇਹ ਸਾਡੇ ਕਰਮਾਂ ਦਾ ਹੈ, ਇਹ ਸਾਡੇ ਕਰਮਾਂ ਦਾ ਹੈ। ਕਰਮ ਸਿਧਾਂਤ ਨੂੰ ਬਹੁਤ ਗਹਿਰਾ ਪਰਮਾਤਮਾ ਹੀ ਸਮਝਾਏ ਤੇ ਸਮਝ ਆਉਂਦੀ ਹੈ। ਹੁਣ ਇਹ ਵੀ ਬਾਣੀ ਵਿੱਚ ਕਿਹਾ ਜਾਂਦਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਿਕ ਬੈਰਾਗੀ। ਕਿ ਪੂਰਬ ਕਰਮ ਜਿਸ ਵੇਲੇ ਬੰਦੇ ਦੇ ਅੰਕੁਰਿਤ ਹੋ ਜਾਣ, ਫਿਰ ਉਹਦੇ ਜੀਵਨ ਵਿੱਚ ਕੋਈ ਐਸਾ ਰਸਿਕ ਬੈਰਾਗੀ ਸਤਪੁਰਸ਼ ਆਂਦਾ ਹੈ, ਜਿਹਨੂੰ ਮਿਲ ਕੇ ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਿਹਨੂੰ ਮਿਲ ਕੇ ਜਨਮਾਂ ਜਨਮਾਂ ਦਾ ਅੰਧਕਾਰ ਦੂਰ ਹੋ ਜਾਂਦਾ, ਜਾਗ ਜਾਂਦੀ ਆਤਮਾ। ਇਹ ਵੀ ਕਰਮਾਂ ਦਾ ਹੀ ਫਲ ਹੈ। ਅਸੀਂ ਕਰਮ ਸਿਧਾਂਤ ਨੂੰ ਹਰ ਗਲਤ ਗੱਲ ਨਾਲ ਜੋੜ ਲੈਂਦੇ ਹਾਂ ਕਿ ਇਹ ਕਰਮ ਸਿਧਾਂਤ ਹੈ, ਲੇਕਿਨ ਜੋ ਸਾਡੀ ਜ਼ਿੰਦਗੀ 'ਚ ਅੱਛਾ ਹੋ ਰਿਹਾ, ਅਗਰ ਪਰਿਵਾਰ ਅੱਛਾ ਹੈ, ਅਗਰ ਬੱਚੇ ਕਹਿਣੇ ਵਿੱਚ ਨੇ, ਅਗਰ ਪੈਸਾ ਹੈ, ਕਾਰ ਹੈ, ਗੱਡੀ ਹੈ, ਸਭ ਸੁੱਖ ਸੁਵਿਧਾਵਾਂ ਨੇ, ਉਹ ਵੀ ਕਰਮਾਂ ਦਾ ਹੀ ਫਲ ਹੈ। ਅਸੀਂ ਉਹ ਪਿਛਲੇ ਜਨਮਾਂ 'ਚ ਜੋ ਵੀ ਮਿਹਨਤ ਕੀਤੀ ਹੈ, ਉਹ ਸਾਨੂੰ ਇਸ ਜਨਮ ਵਿੱਚ ਫਲ ਦੇਗੀ। ਜਿਸ ਤਰ੍ਹਾਂ ਹੁਣ ਅਸੀਂ, ਕੋਈ ਬੰਦਾ ਨੌਕਰੀ ਕਰਦਾ ਹੈ, ਪੂਰਾ ਮਹੀਨਾ ਮਿਹਨਤ ਕਰਦਾ ਹੈ, ਦਿਨ ਰਾਤ, ਫਿਰ ਉਹਨੂੰ ਉਹਦੀ ਤਨਖਾਹ ਮਿਲਦੀ ਹੈ, ਤੇ ਫਿਰ ਉਸ ਤਨਖਾਹ ਨਾਲ ਉਹ ਐਸ਼ ਕਰਦਾ। ਤੇ ਹੁਣ ਜੇ ਬੰਦਾ ਕੰਮ ਹੀ ਨਾ ਕਰੇ, ਛੁੱਟੀਆਂ ਹੀ ਕਰਦਾ ਰਹੇ, ਫਿਰ ਉਹਨੂੰ ਕੀ ਮਿਲੇਗਾ? ਕੁਝ ਨਹੀਂ ਮਿਲੇਗਾ। ਜਿਹੜੇ ਪੈਸੇ ਕੱਟੇ ਜਾਣਗੇ ਸਾਰੇ, ਨੌਕਰੀ ਤੋਂ ਵੀ ਕੱਟ ਦਿੱਤਾ ਜਾਏਗਾ। ਤੇ ਜੋ ਅਸੀਂ ਮਿਹਨਤ ਕਰਕੇ ਕਮਾਇਆ,
ਅੱਛਾ ਜਾਂ ਬੁਰਾ, ਉਹੀ ਸਾਡਾ ਕਰਮ ਫਲ ਹੈ। ਔਰ ਉਹ ਫਲ ਫਿਰ ਸਾਨੂੰ ਇੱਕ ਫਲ ਨਹੀਂ ਮਿਲਦਾ, ਉਹ ਵੱਧਦਾ ਹੀ ਚਲਾ ਜਾਂਦਾ ਹੈ। ਤੇ ਇਸ ਲਈ ਕਰਮ ਕਰਨ ਤੋਂ ਪਹਿਲੇ ਸੋਚਣਾ ਹੈ ਕਿ ਮੈਂ ਕੀ ਕਰਨ ਜਾ ਰਿਹਾ। ਹੁਣ ਜਿਹੜਾ ਭਗਤ ਸਦਨਾ ਜੀ ਦਾ ਸ਼ਬਦ ਆਇਆ, मैं थोड़ा सा शब्द पढ़ के आगे चलांगी। बानी सदना जी की, राग बिलावल, एक ओंकार सतगुर प्रसाद। नृप कन्या के कारणे एक पया पेखतारी। ये बहुत पुराना विच कथा आंदी है कि एक राजे दी बेटी सी ते ओ माता पिता ओनू अच्छे संस्कार दिते, परमात्मा दी भजन बंदगी दे पासे लगाया। ਤੇ ਜਿਸ ਵੇਲੇ ਉਹ ਵਿਆਹ ਦੇ ਲਾਇਕ ਹੋਈ ਤੇ ਉਹਨਾਂ ਨੇ ਕਿਹਾ ਹੁਣ ਤੇਰਾ ਵਿਆਹ ਕਰਨਾ ਹੈ, ਤੇ ਉਹਨੇ ਕਿਹਾ ਵਿਆਹ ਤੇ ਮੈਂ ਕਰਾ ਲਾਂਗੀ, ਲੇਕਿਨ ਮੈਂ ਵਿਆਹ ਵਿਸ਼ਨੂੰ ਜੀ ਨਾਲ ਕਰਾਣਾ, ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਣਾ। ਹੁਣ ਉਹ ਸੁਣ ਕੇ ਉਹਦੇ ਮਨ ਵਿੱਚ ਵਿਸ਼ਨੂੰ ਜੀ ਦੀ ਐਸੀ ਛਵੀ ਬੈਠ ਗਈ ਕਿ ਜੇ ਮੈਂ ਵਿਆਹ ਕਰਾਣਾ ਤੇ ਮੈਂ ਵਿਸ਼ਨੂੰ ਜੀ ਨਾਲ ਕਰਾਣਾ, ਤੇ ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਉਹਨਾਂ ਨੇ ਬਹੁਤ ਸਮਝਾਇਆ, ਲੇਕਿਨ ਉਹ ਕਹਿਣ ਲੱਗੀ ਕਿ ਨਹੀਂ, ਮੈਂ ਤੇ ਵਿਸ਼ਨੂੰ ਜੀ ਨਾਲ ਹੀ ਵਿਆਹ ਕਰਾਣਾ। ਰਾਜੇ ਦੇ ਉੱਥੇ ਇੱਕ ਤਰਖਾਨ ਲੱਕੜਹਾਰਾ ਸੀ ਜਿਹੜਾ ਕੰਮ ਕਰਦਾ ਸੀ, ਲੱਕੜਹਾਰਾ ਤੇ ਉਹਦਾ ਬੇਟਾ। ਜਿਸ ਵੇਲੇ ਉਹਦੇ ਬੇਟੇ ਨੇ ਦੇਖਿਆ ਰਾਜਕੁਮਾਰੀ ਨੂੰ ਇੱਕ ਵਾਰ, ਤੇ ਉਹਨੇ ਆਪਣੇ ਪਿਤਾ ਨੂੰ ਕਿਹਾ ਮੈਂ ਇਹਦੇ ਨਾਲ ਵਿਆਹ ਕਰਾਣਾ ਹੈ। ਤੇ ਉਹਨੇ ਕਿਹਾ ਇਹ ਕਦੀ ਹੋ ਸਕਦਾ ਹੈ, ਉਹ ਰਾਜਾ ਅਸੀਂ ਲੱਕੜਹਾਰੇ, ਉਹਦੇ ਥੱਲੇ ਨੌਕਰ ਕੰਮ ਕਰਨ ਵਾਲੇ, ਤੇਰਾ ਵਿਆਹ ਹੋਏਗਾ ਕਿਸ ਤਰ੍ਹਾਂ। ਉਹ ਕਹਿੰਦਾ ਨਹੀਂ, ਮੈਂ ਇਹਦੇ ਨਾਲ ਹੀ ਕਰਾਣਾ ਹੈ। ਫਿਰ ਉਹਨੇ ਕਿਹਾ ਕਿ ਇਹ ਤੇ ਵਿਆਹ ਕਰੇਗੀ ਨਹੀਂ, ਇਹ ਤੇ ਵਿਸ਼ਨੂੰ ਭਗਵਾਨ ਨਾਲ ਵਿਆਹ ਕਰੇਗੀ। ਉਹ ਤੇ ਕਹਿ ਰਹੀ ਮੈਂ ਕਰਨਾ ਵਿਆਹ ਤੇ ਵਿਸ਼ਨੂੰ ਭਗਵਾਨ ਨਾਲ ਕਰਨਾ। ਹੁਣ ਉਹ ਲੱਕੜਹਾਰਾ ਸੀ ਤੇ ਉਹਨੇ ਆਪਣੇ ਇੱਕ ਮਿੱਤਰ ਨਾਲ ਸਲਾਹ ਕੀਤੀ ਕਿ ਹੁਣ ਕੀ ਕਰੀਏ, ਮੈਂ ਵਿਆਹ ਤੇ ਇਹਦੇ ਨਾਲ ਹੀ ਕਰਾਣਾ। ਉਹਨੇ ਕਿਹਾ ਤੇਰੇ ਤੇ ਆਂਦਾ ਕੰਮ ਕਰਨਾ ਆਂਦਾ, ਤੂੰ ਦੋ ਬਾਵਾਂ ਤੇ ਹੈ ਨੇ, ਦੋ ਲੱਕੜੀ ਦੀਆਂ ਬਣਾ ਲੈ, ਸ਼ੰਖ ਚੱਕਰ ਸਭ ਬਣਾ ਲੈ, ਤੇ ਉਹਦੇ ਵਿੱਚ ਕਲਾ ਮੈਂ ਪਾ ਦਾਂਗਾ, ਮਤਲਬ ਕਿ ਉਹ ਉੜ ਸਕੇਗਾ, ਤੇ ਤੂੰ ਨਕਲੀ ਵਿਸ਼ਨੂੰ ਭਗਵਾਨ ਬਣ ਕੇ ਉਹਦੇ ਕੋਲ ਜਾ, ਰਾਜਕੁਮਾਰੀ ਕੋਲ, ਤੇ ਉਹ ਹੋ ਸਕਦਾ ਮੰਨ ਜਾਏ। ਤੇ ਉਹਨੇ ਇੰਜ ਕੀਤਾ, ਲੱਕੜ ਦਾ ਗਰੁੜ ਬਣਾਇਆ, ਲੱਕੜ ਦਾ ਵਿਸ਼ਨੂੰ ਭਗਵਾਨ ਬਾਹਾਂ ਬਣਾਈਆਂ, ਸਭ ਉਹਨਾਂ ਦੇ ਜੋ ਵੀ ਉਹਨਾਂ ਦੇ ਹੱਥ ਵਿੱਚ ਸ਼ਸਤਰ ਸੀ ਉਹ ਪਕੜਾ ਕੇ ਉੱਡਦਾ ਹੋਇਆ ਉਹ ਉੱਥੇ ਪਹੁੰਚ ਗਿਆ ਰਾਜ ਮਹਿਲ 'ਚ। ਰਾਜਕੁਮਾਰੀ ਨੇ ਦੇਖਿਆ, ਰਾਜਕੁਮਾਰੀ ਬੜੀ ਖੁਸ਼ ਹੋਈ ਕਿ ਵਿਸ਼ਨੂੰ ਭਗਵਾਨ ਆਪ ਆ ਗਏ ਮੈਨੂੰ ਦਰਸ਼ਨ ਦੇਣ। ਤੇ ਉਹ ਕਹਿ ਕੇ ਆਇਆ ਉੱਥੇ ਕਿ ਅੱਜ ਤੇ ਮੈਂ ਤੈਨੂੰ ਦਰਸ਼ਨ ਦੇਣ ਆਇਆ, ਲੇਕਿਨ ਰੋਜ਼ ਇਸ ਤਰ੍ਹਾਂ ਨਹੀਂ ਆਵਾਂਗਾ, ਰੋਜ਼ ਮੈਂ ਆਪਣੇ ਸਰੀਰ ਵਿੱਚ ਦੋ ਬਾਵਾਂ ਔਰ ਉਹ ਜਿਸ ਤਰ੍ਹਾਂ ਹਾਂ ਉਸ ਤਰ੍ਹਾਂ ਹੀ ਆਵਾਂਗਾ, ਅੱਜ ਤੇ ਤੇਰੀ ਭਾਵਨਾ ਪੂਰੀ ਕਰਨ ਲਈ ਮੈਂ ਤੈਨੂੰ ਦਰਸ਼ਨ ਦੇਣ ਆਇਆ। ਤੇ ਉਹ ਰਾਜਕੁਮਾਰੀ ਨੇ ਸੱਚ ਮੰਨ ਲਿਆ, ਤੇ ਉਹਨੇ ਸਵੇਰੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੇਰਾ ਵਿਆਹ ਇਹਦੇ ਨਾਲ ਕਰ ਦੋ, ਇਹ ਵਿਸ਼ਨੂੰ ਭਗਵਾਨ ਆ ਗਏ ਨੇ, ਮੇਰਾ ਵਿਆਹ ਇਹਦੇ ਨਾਲ ਕਰ ਦੋ, ਤੇ ਉਹ ਵਿਆਹ ਹੋ ਜਾਂਦਾ। ਹੁਣ ਜਿਹੜਾ ਰਾਜਾ ਹੈ ਉਹਨੂੰ ਹੋ ਜਾਂਦਾ ਹੈ ਕਿ ਜਦ ਮੇਰਾ ਦਾਮਾਦ ਵਿਸ਼ਨੂੰ ਹੈ, ਵਿਸ਼ਨੂੰ ਭਗਵਾਨ ਨੇ, ਤੇ ਮੈਨੂੰ ਕਿਸੇ ਚੀਜ਼ ਦੀ ਕਮੀ ਕਿਸ ਗੱਲ ਦੀ ਹੈ, ਮੈਨੂੰ ਤੇ ਕੋਈ ਹਰਾ ਨਹੀਂ ਸਕਦਾ। ਤੇ ਉਹਨੇ ਆਪਣੀ ਸੈਨਾ ਘਟਾ ਦਿੱਤੀ, ਔਰ ਜਿਸ ਵੇਲੇ ਰਾਜਾ ਨੇ ਆਪਣੀ ਸੈਨਾ ਘਟਾਈ ਤੇ ਨਾਲ ਵਾਲਾ ਜਿਹੜਾ ਰਾਜਾ ਸੀ ਉਹਨੇ ਹਮਲਾ ਕਰ ਦਿੱਤਾ। ਹੁਣ ਰਾਜਾ ਤੇ ਬੜਾ ਖੁਸ਼ ਕਿ ਮੇਰਾ ਤੇ ਵਿਸ਼ਨੂੰ ਭਗਵਾਨ ਦਾਮਾਦ ਹੈ ਤੇ ਮੈਨੂੰ ਕੋਈ ਖਤਰਾ ਨਹੀਂ ਹੈ। ਤੇ ਉਹਨੇ ਜਾ ਕੇ ਆਪਣੇ ਕਿਹਾ ਦਾਮਾਦ ਨੂੰ ਕਿ ਵੀ ਹੁਣ ਤੁਸੀਂ ਮੇਰੀ ਰੱਖਿਆ ਕਰੋ। ਹੁਣ ਉਹਨੂੰ ਹੱਥ ਪੈਰ ਪੈ ਗਏ ਕਿਉਂਕਿ ਉਹ ਤੇ ਨਕਲੀ ਸੀ। ਹੁਣ ਉਹ ਬਹੁਤ ਹੀ ਘਬਰਾਇਆ ਕਿ ਹੁਣ ਤੇ ਰਾਜਾ ਮੇਰਾ ਗਲਾ ਕੱਟ ਦੇਗਾ, ਤੇ ਉਹਨੇ ਉਸ ਮੁਸ਼ਕਿਲ ਦੀ ਘੜੀ ਵਿੱਚ ਇਕਾਂਤ ਵਿੱਚ ਬੈਠ ਗਿਆ ਤੇ ਵਿਸ਼ਨੂੰ ਭਗਵਾਨ ਨੂੰ ਯਾਦ ਕੀਤਾ ਤੇ ਕਿਹਾ ਕਿ ਠੀਕ ਹੈ, ਮੈਂ ਗਲਤੀ ਕੀਤੀ ਹੈ, ਮੈਂ ਤੁਹਾਡਾ ਰੂਪ ਬਣਾਇਆ ਨਕਲੀ, ਔਰ ਮੈਂ ਉਸ ਰਾਜਕੁਮਾਰੀ ਨੂੰ ਧੋਖਾ ਦਿੱਤਾ, ਮੈਂ ਸਾਰਿਆਂ ਨੂੰ ਧੋਖਾ ਦਿੱਤਾ, ਮੈਂ ਸਾਰੀਆਂ ਗਲਤੀਆਂ ਕੀਤੀਆਂ, ਮੈਂ ਮੰਨਿਆ, ਲੇਕਿਨ ਕੀਤੀਆਂ ਤੇ ਤੁਹਾਡੇ ਨਾਮ ਤੇ ਹੀ ਨਾ। ਤੇ ਅੱਜ ਅਗਰ ਇਹ ਪੋਲ ਖੁੱਲ ਜਾਂਦਾ ਹੈ ਤੇ ਤੁਹਾਡੇ ਨਾਮ ਨੂੰ ਲਾਜ ਲੱਗੇਗੀ, ਆਪਣੇ ਨਾਮ ਦੀ ਲਾਜ ਰੱਖੋ ਤੇ ਮੈਨੂੰ ਹੁਣ ਇਸ ਸੰਕਟ ਤੋਂ ਬਚਾਓ। ਜਿਸ ਵੇਲੇ ਉਹਨੇ ਸ਼ੁੱਧ ਮਨ ਨਾਲ ਆਪਣੀ ਗਲਤੀ ਮੰਨ ਕੇ ਪ੍ਰਾਰਥਨਾ ਕੀਤੀ ਵਿਸ਼ਨੂੰ ਭਗਵਾਨ ਅੱਗੇ, ਤੇ ਵਿਸ਼ਨੂੰ ਭਗਵਾਨ ਸਹੀ ਵਿੱਚ ਪ੍ਰਗਟ ਹੋ ਕੇ ਉਹਨਾਂ ਨੇ ਰਾਜੇ ਦੀ ਮਦਦ ਕੀਤੀ ਔਰ ਰਾਜਾ ਜਿੱਤ ਗਿਆ। ਹੁਣ ਇਹ ਜਿਹੜੀ ਪੁਰਾਣਾ ਦੀ ਕਥਾ ਹੈ, ਇਹਨੂੰ ਸਦਨਾ ਜੀ ਆਪਣੀ ਬਾਣੀ ਸ਼ੁਰੂਆਤ ਕਰਦੇ ਨੇ ਕਿ ਉਹ ਜਿਹੜਾ ਨਕਲੀ ਵਿਸ਼ਨੂੰ ਭਗਵਾਨ ਬਣਿਆ, ਸਿਰਫ ਕਾਮ ਵਾਸਨਾ ਦੇ ਅਧੀਨ ਹੋ ਕੇ ਉਹਨੇ ਵਿਸ਼ਨੂੰ ਭਗਵਾਨ ਦਾ ਭੇਸ਼ ਧਾਰਨ ਕੀਤਾ, ਤੇ ਜਿਸ ਵੇਲੇ ਉਹਨੇ ਮਨ ਨਾਲ ਯਾਦ ਕੀਤਾ ਤੇ ਤੂੰ ਉਹਦੀ ਵੀ ਰੱਖਿਆ ਕੀਤੀ, ਉਹਦਾ ਵੀ ਕੰਮ ਸਵਾਰਿਆ ਤੂੰ। ਜਿਸ ਵੇਲੇ ਉਹਨੇ ਤੈਨੂੰ ਮਨ ਨਾਲ ਯਾਦ ਕੀਤਾ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਕਹਿ ਰਹੇ ਨੇ ਕਿ ਜੇ ਕਰਮਾਂ ਦਾ ਨਾਸ਼ ਹੀ ਨਹੀਂ ਹੋਣਾ ਤੇ ਫਿਰ ਤੇਰਾ ਨਾਮ ਜਪਣ ਦਾ ਕੀ ਫਾਇਦਾ। ਜੋ ਤੇਰੀ ਇੰਨੀ ਭਗਤੀ
ਕਰ ਰਹੇ ਆ, ਉਹ ਫਿਰ ਜੇ ਕਰਮ ਦਾ ਨਾਸ਼ ਹੀ ਨਹੀਂ ਹੋਣਾ ਤੇ ਫਿਰ ਭਗਤੀ ਦਾ ਜਾਂ ਸਾਧਨਾ ਕਰਨ ਦਾ ਕੀ ਫਾਇਦਾ। ਹੁਣ ਇੱਥੇ ਉਹ ਬਹੁਤ ਸੋਹਣੀ ਉਦਾਹਰਣ ਦਿੰਦੇ ਨੇ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗਰਾਸੇ, ਕਿ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਓ ਸੁਰੱਖਿਆ ਵਾਸਤੇ ਤੇ ਗਿੱਦੜਾਂ ਤੋਂ ਡਰਦੇ ਰਹੋ ਕਿ ਹੁਣੇ ਗਿੱਦੜ ਆ ਕੇ ਖਾ ਜਾਏਗਾ, ਤੇ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਫਾਇਦਾ ਕੀ ਹੋਇਆ ਜੇ ਗਿੱਦੜਾਂ ਤੋਂ ਹੀ ਡਰਨਾ ਹੈ। ਤੇ ਹੁਣ ਉੱਥੇ ਇਹ ਹੋਰ ਐਗਜ਼ਾਮਪਲ ਦਿੰਦੇ ਨੇ, ਉਦਾਹਰਣ ਦਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੇ। ਜਿਹੜਾ ਚਾਤਰਿਕ ਪਕਸ਼ੀ ਹੈ ਉਹ ਪਾਣੀ ਦੀ ਇੱਕ ਸਵਾਤੀ ਬੂੰਦ ਵਾਸਤੇ ਤਰਸਦਾ ਰਹਿੰਦਾ ਹੈ, ਉਹ ਪਾਣੀ ਹੋਰ ਕੋਈ ਪਾਣੀ ਨਹੀਂ ਪੀਂਦਾ, ਤਰਸਦਾ ਰਹਿੰਦਾ ਜਦ ਤੱਕ ਉਹਨੂੰ ਉਹ ਸਵਾਤੀ ਬੂੰਦ ਉਹਦੇ ਮੂੰਹ ਵਿੱਚ ਨਹੀਂ ਪੈਂਦੀ, ਉਹਦੇ ਪ੍ਰਾਣ ਨਹੀਂ ਬਚਦੇ। ਉਹ ਪ੍ਰਾਣ ਦੇ ਦਿੰਦਾ ਲੇਕਿਨ ਹੋਰ ਕੋਈ ਪਾਣੀ ਨਹੀਂ ਪੀਂਦਾ। ਤੇ ਉਹ ਕਹਿ ਰਹੇ ਨੇ ਇੱਕ ਬੂੰਦ ਵਾਸਤੇ ਉਹ ਇੰਨਾ ਦੁੱਖ ਪਾਉਂਦਾ ਹੈ, ਇੰਨਾ ਦੁੱਖ ਪਾਉਂਦਾ ਹੈ ਕਿ ਇੱਕ ਜਿਹੜੀ ਪਾਣੀ ਦੀ ਵਰਸ਼ਾ ਦੀ ਜਿਹੜੀ ਬਾਰਿਸ਼ ਦੀ ਬੂੰਦ ਹੈ ਉਹ ਮੇਰੇ ਮਨ ਮੁਖ ਚ ਪੈ ਜਾਏ ਤੇ ਉਹਦੇ ਵਾਸਤੇ ਉਹ ਇੰਨਾ ਦੁੱਖ ਪਾਉਂਦਾ ਹੈ। ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਮੰਨ ਲਓ ਉਹ ਤੜਪ ਤੜਪ ਕੇ ਪ੍ਰਾਣ ਦੇ ਦੇਵੇ, ਫਿਰ ਸਾਗਰ ਮਿਲ ਜਾਏ ਉਹਨੂੰ, ਤੇ ਹੁਣ ਉਹਨੇ ਸਾਗਰ ਦਾ ਕਰਨਾ ਕੀ ਹੈ, ਉਹਦੇ ਤੇ ਪ੍ਰਾਣ ਹੀ ਚਲੇ ਗਏ ਨਾ। ਤੇ ਉਹ ਤੜਪ ਤੜਪ ਕੇ ਉਹਦੇ ਪ੍ਰਾਣ ਚਲੇ ਗਏ, ਤੇ ਹੁਣ ਸਾਗਰ ਵੀ ਕੋਈ ਉਹਨੂੰ ਲਿਆ ਕੇ ਦੇ ਦੇ ਤੇ ਹੁਣ ਉਹ ਸਾਗਰ ਦਾ ਕੋਈ ਕੰਮ ਥੋੜੀ, ਉੱਥੇ ਉਹਦੇ ਤੇ ਪ੍ਰਾਣ ਚਲੇ ਗਏ। प्राण जो थाके थिर नहीं कैसे बिरमाओ, कि अगर मेरी जिंदगी चली गई, मैं ज्यादा जीवन रहा ही नहीं, तड़प तड़प के मैं कर्म भोग भोग के चला गया, किन्नी मैं सहनशीलता रखा। ते ਉਹ परमात्मा ਨੂੰ ਕਹਿ ਰਹੇ ਨੇ ਕਿ ਜੇ ਮਰਨ ਤੋਂ ਬਾਅਦ ਹੀ ਸਭ ਕੁਝ ਮਿਲਣਾ ਤੇ ਫਿਰ ਫਾਇਦਾ ਕੀ ਹੋਇਆ। बूढ़ मुए नौका मिले को कहाँ चढ़ाओ, अगर कोई बंदा डूब जाए और फिर ਉਹਨੂੰ ਨਾਵ ਮਿਲ ਜਾਏ ਔਰ ਉਹਦੇ ਸਰੀਰ ਨੂੰ ਨਾਵ ਤੇ ਪਾ ਕੇ ਲੈ ਆਣ, ਤੇ ਕਹ ਰਹੇ ਉਹਦਾ ਕੀ ਫਾਇਦਾ, ਉਹ ਤੇ ਵੈਸੇ ਹੀ ਤਰ ਜਾਣਾ, ਮੁਰਦਾ ਤੇ ਵੈਸੇ ਹੀ ਤਰ ਜਾਂਦਾ ਹੈ। ਤੇ ਕਹ ਰਹੇ ਮਰ ਗਿਆ, ਉਹ ਡੁੱਬ ਗਿਆ, ਫਿਰ ਨੌਕਾ ਆ ਗਈ ਤੇ ਫਿਰ ਉਸ ਨੌਕਾ ਦਾ ਕੀ ਫਾਇਦਾ, ਹੁਣ ਕਿਹਨੂੰ ਚੜਾਣਾ ਉਸ ਨੌਕਾ ਤੇ, ਕਿਉਂਕਿ ਜਿੰਨੇ ਚੜਨਾ ਉਹ ਤੇ ਰਿਹਾ ਹੀ ਨਹੀਂ। ਤੇ ਫਿਰ ਕਹਿੰਦੇ ਨੇ ਮੈਂ ਨਹੀਂ ਕਿਛ ਹਾਂ ਨਹੀਂ ਕਿਛ ਆਏ ਨਾ ਮੋਰਾ। ਪਿਆਰ ਭਰੀਆਂ ਗੱਲਾਂ ਪਰਮਾਤਮਾ ਨਾਲ ਕਰਕੇ, ਕੋਈ ਉਹਨਾਂ ਨੇ ਉਲਾਮੇ ਨਹੀਂ ਦਿੱਤੇ ਪਰਮਾਤਮਾ ਨੂੰ ਸਾਨੂੰ ਸਮਝਾਉਣ ਲਈ। ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਿ ਇਸ ਚੀਜ਼ ਨੂੰ ਅਸੀਂ ਇੰਨਾ ਵੀ ਨਾ ਪਕੜ ਲਈਏ ਕਿ ਕਰਮ, ਹਰ ਚੀਜ਼ ਕਰਮ ਹੈ, ਹਰ ਚੀਜ਼ ਕਰਮ ਹੈ, ਹਰ ਚੀਜ਼ ਕਰਮ ਹੈ। ਜੇ ਪਰਮਾਤਮਾ ਦੀ ਸ਼ਰਨ ਚ ਆ ਗਏ, ਗੁਰਬਾਣੀ ਇਹ ਕਹਿੰਦੀ ਹੈ, ਗੁਰੂ ਇਹ ਕਹਿੰਦੇ ਨੇ ਕਿ ਕਰਮ ਜਿਹੜੇ ਨੇ ਉਹ ਪਰਮਾਤਮਾ ਬਦਲ ਦਿੰਦਾ ਹੈ। ਤੇ ਫਿਰ ਉਹ ਕਹਿ ਰਹੇ ਨੇ ਕਿ ਮੇਰਾ ਕੁਛ ਨਹੀਂ ਹੈ, ਮੈਂ ਕੁਛ ਨਹੀਂ ਜਾਣਦਾ, ਮੈਂ ਨਹੀਂ ਕਿਛ ਹੋ ਨਹੀਂ ਕਿਛ ਆਏ ਨਾ ਮੋਰਾ, ਮੇਰੇ ਕੋਲ ਕੁਛ ਨਹੀਂ ਹੈ, ਮੈਂ ਕੁਛ ਨਹੀਂ ਜਾਣਦਾ, ਮੇਰਾ ਔਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਕਹਿ ਰਹੇ ਨੇ ਕਿ ਤੂੰ ਮੇਰੀ ਰੱਖਿਆ ਕਰ, ਮੈਂ ਤੇ ਤੇਰਾ ਦਾਸ ਹਾਂ, ਮੈਂ ਤੇਰਾ ਨੌਕਰ ਹਾਂ, ਮੈਂ ਤੇਰਾ ਜਨ ਹਾਂ, ਤੂੰ ਆਪ ਹੀ ਮੇਰੀ ਰੱਖਿਆ ਕਰ, ਤੂੰ ਆਪ ਹੀ ਮੇਰੀ ਲਾਜ ਰੱਖ। ਹੁਣ ਗੁਰਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਅਸੀਂ ਕਹਿੰਦੇ ਆ ਕਰਮ ਜਿਹੜੇ ਨੇ ਉਹ ਭੋਗਣੇ ਹੀ ਪੈਂਦੇ ਨੇ, ਲੇਕਿਨ ਗੁਰਬਾਣੀ ਇਹ ਕਹਿੰਦੀ ਹੈ ਕਿ ਕਰਮ ਗੁਰੂ ਕੱਟ ਦਿੰਦਾ ਹੈ। ਹੁਣ ਥੋੜਾ ਜਿਹਾ ਅਸੀਂ ਇੱਥੇ ਕਰਮ ਸਿਧਾਂਤ ਸਮਝਾਂਗੇ ਕਿ 3 ਤਰ੍ਹਾਂ ਦੇ ਕਰਮ ਨੇ। ਜਿਸ ਤਰ੍ਹਾਂ ਇਹ ਬਹੁਤ ਸੋਹਣਾ ਉਦਾਹਰਣ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਸਿੱਖਾਂ ਨੇ ਕਿਹਾ, ਗੁਰੂ ਜੀ ਸਾਨੂੰ ਕਰਮ ਸਿਧਾਂਤ ਖੋਲ ਕੇ ਸਮਝਾਓ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਕਿਹਾ, ਜਿਹੜੇ ਪਹਿਲੇ 5 ਪਿਆਰਿਆਂ ਚੋਂ ਪਹਿਲੇ ਜਿਨ੍ਹਾਂ ਨੇ ਸੀਸ ਦਿੱਤਾ ਸੀ, ਕਿ ਤੁਸੀਂ ਆਪਣੇ ਬ੍ਰਹਮ ਗਿਆਨ ਨਾਲ ਸੰਗਤ ਨੂੰ ਕਰਮ ਸਿਧਾਂਤ ਸਮਝਾਓ। ਤੇ ਉਹਨਾਂ ਨੇ ਬਹੁਤ ਹੀ ਸੋਹਣੀ ਉਦਾਹਰਣ ਨਾਲ ਸਮਝਾਇਆ, ਬਹੁਤ ਹੀ ਸੌਖਾ, ਕਿ 3 ਤਰ੍ਹਾਂ ਦੇ ਕਰਮ ਨੇ, ਕਿਰਿਆਮਾਨ, ਸੰਚਿਤ ਔਰ ਪ੍ਰਾਲਬਧ। ਹੁਣ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਇੱਕ ਤੀਰ ਕਮਾਨ, ਤੀਰ ਕਮਾਨ ਤੇ ਤੀਰ ਚੜਾਇਆ, ਚਲਾਇਆ ਨਹੀਂ, ਚੜਾਇਆ ਖਾਲੀ, ਇਹ ਕੋਈ ਕੰਮ ਕੀਤਾ, ਕਿਰਿਆ ਕੀਤੀ, ਇਹ ਕਿਰਿਆਮਾਨ ਕਰਮ ਹੋ ਗਿਆ। ਜਿਹੜਾ ਤੀਰ ਪਿੱਛੇ ਪੱਥੇ ਵਿੱਚ ਪਏ ਹੋਏ ਨੇ ਇਕੱਠੇ, ਜਿੱਥੋਂ ਕੱਢ ਕੱਢ ਕੇ ਚੜਾ ਰਹੇ ਆ, ਉਹ ਸਾਰੇ ਸੰਚਿਤ ਕਰਮ ਹੋ ਗਏ, ਜਿਹੜੇ ਨਾਲ ਅਸੀਂ ਲੈ ਕੇ ਆਏ ਆ। ਪ੍ਰਾਰਬਧ ਕਰਮ, ਹੁਣ ਉਹ ਜਿਹੜਾ ਤੀਰ ਚਲਾਇਆ, ਜਦ ਤੱਕ ਤੀਰ ਚਲਿਆ ਨਹੀਂ ਤਦ ਤੱਕ ਸਾਡੇ ਹੱਥ ਵਿੱਚ ਹੈ, ਅਸੀਂ ਉਹਦੀ ਦਿਸ਼ਾ ਮੋੜ ਸਕਨੇ ਆ, ਚਲਾ ਸਕਨੇ ਆ, ਨਹੀਂ ਚਲਾ ਸਕਦੇ, ਉਹ ਸਾਡੇ ਹੱਥ ਵਿੱਚ ਹੈ। ਲੇਕਿਨ ਜਿਸ ਵੇਲੇ ਉਹ ਤੀਰ ਚੱਲ ਗਿਆ, ਫਿਰ ਉਹ ਪ੍ਰਾਰਬਧ ਕਰਮ ਬਣ ਗਿਆ, ਫਿਰ ਉਹਨੂੰ ਬਦਲਿਆ ਨਹੀਂ ਜਾ ਸਕਦਾ। ਪ੍ਰਾਰਬਧ ਕਰਮ ਜਿਹੜਾ ਹੈ ਉਹ ਹਰ ਕਿਸੇ ਨੂੰ ਆਪਣੇ ਭੋਗਣੇ ਹੀ ਪੈਂਦੇ ਨੇ, ਔਰ ਇਹ ਜਿਹੜਾ ਬ੍ਰਹਿਮੰਡ ਦਾ ਨਿਯਮ ਹੈ, ਇਹਨੂੰ ਕੋਈ ਨਹੀਂ ਤੋੜ ਸਕਦਾ, ਇਹਨੂੰ ਪਰਮਾਤਮਾ ਵੀ ਨਹੀਂ ਤੋੜਦਾ। ਲੇਕਿਨ ਫਿਰ ਵੀ ਪਰਮਾਤਮਾ ਨੇ ਗੁਰੂ ਨੂੰ, ਸੰਤਾਂ ਨੂੰ ਇਹ ਵੀਟੋ ਪਾਵਰ ਦਿੱਤੀ ਹੈ। ਉਹ
ਖਾਸ ਉਹਨਾਂ ਨੂੰ ਇਸ ਚੀਜ਼ ਦੀ ਪਾਵਰ ਦਿੱਤੀ ਹੈ, ਸ਼ਕਤੀ ਦਿੱਤੀ ਹੈ ਕਿ ਅਗਰ ਉਹ ਪ੍ਰਸੰਨ ਹੋ ਜਾਣ ਕਿਸੇ ਤੇ ਉਹ ਦੇਖਣ ਤੇ ਉਹਦੇ ਕਰਮ ਉਹ ਜਿਹੜੇ ਨੇ ਕੱਟ ਸਕਦੇ ਨੇ। ਸੰਚਿਤ ਕਰਮ ਔਰ ਕਿਰਿਆਮਾਨ ਕਰਮਾਂ ਦੇ ਜਿਹੜੇ ਬੀਜ ਨੇ, ਸਾਧਨਾ ਕਰਨ ਨਾਲ ਉਹ ਬੀਜ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਸੜ ਜਾਂਦੇ ਨੇ, ਔਰ ਜਿਹੜਾ ਬੀਜ ਪੱਕ ਗਿਆ ਫਿਰ ਉਹ ਅੰਕੁਰਿਤ ਨਹੀਂ ਹੁੰਦਾ। ਤੇ ਸਾਧਨਾ ਕਰਨ ਨਾਲ, ਗੁਰੂ ਦੀ ਪ੍ਰਸੰਨਤਾ ਲੈਣ ਨਾਲ ਸੰਚਿਤ ਔਰ ਕਿਰਿਆਮਾਨ ਕਰਮ ਕੱਟ ਜਾਂਦੇ ਨੇ। ਜਿਸ ਤਰ੍ਹਾਂ ਮੰਨ ਲਓ ਕਿ ਅਗਰ ਕਈ ਹਜ਼ਾਰਾਂ ਸਾਲਾਂ ਦੀਆਂ ਲੱਕੜੀਆਂ ਕਿਧਰੇ ਇਕੱਠੀਆਂ ਕੀਤੀਆਂ ਹੋਣ, ਇਕੱਠੀਆਂ ਕਰਨ ਵਿੱਚ ਤੇ ਹਜ਼ਾਰਾਂ ਸਾਲ ਲੱਗੇ, ਲੇਕਿਨ ਉਹਨਾਂ ਲੱਕੜੀਆਂ ਨੂੰ ਜਲਾਉਣ ਵਿੱਚ ਹਜ਼ਾਰਾਂ ਸਾਲ ਨਹੀਂ ਲੱਗਣਗੇ। ਇੱਕ ਚਿੰਗਾਰੀ ਜਿਹੜੀ ਏ ਉਹ ਸਾਰੀਆਂ ਲੱਕੜੀਆਂ ਨੂੰ ਸਵਾਹ ਕਰ ਦੇਗੀ। ਤੇ ਆਤਮ ਗਿਆਨ ਦੀ ਇੱਕ ਚਿੰਗਾਰੀ ਸੰਚਿਤ ਕਰਮ ਔਰ ਕਿਰਿਆਮਾਨ ਕਰਮ ਜਿਹੜੇ ਨੇ ਉਹਨਾਂ ਨੂੰ ਜਲਾ ਦਿੰਦੀ ਹੈ। ਤਾਂ ਹੀ ਕਹਿੰਦੇ ਜਾਂਦੇ ਨੇ ਗਿਆਨ ਅਗਨੀ ਦਗਧ ਕਰਮਾਣ, ਗਿਆਨ ਦੀ ਅਗਨੀ ਜਿਹੜੀ ਏ ਉਹ ਕਰਮਾਂ ਦਾ ਨਾਸ਼ ਕਰ ਦਿੰਦੀ ਹੈ। ਲੇਕਿਨ ਪ੍ਰਾਲਬਧ ਕਰਮ ਜਿਹੜੇ ਨੇ ਉਹ ਬੰਦੇ ਨੂੰ ਸਹਿਣੇ ਹੀ ਪੈਂਦੇ ਨੇ, ਉਹਨਾਂ ਤੋਂ ਕੋਈ ਛੁਟਕਾਰਾ ਨਹੀਂ ਹੈ। ਚਾਹੇ ਕੋਈ ਸਾਧੂ ਹੈ, ਚਾਹੇ ਕੋਈ ਸੰਤ ਹੈ, ਉਹਨੇ ਆਪਣੇ ਕਰਮਾਂ ਦਾ ਫਲ ਭੋਗਿਆ ਹੀ ਹੈ। ਅਗਰ ਤੁਸੀਂ ਸੰਤਾਂ ਦਾ ਵੀ ਜੀਵਨ ਦੇਖੋ ਤੇ ਆਖਰੀ ਜਿਹੜੇ ਉਹਨਾਂ ਦੇ ਮਾਤ ਲੋਕ ਦੇ ਸਮੇਂ ਹੁੰਦਾ ਹੈ ਤੇ ਉਹ ਬਹੁਤ ਤਕਲੀਫ ਚੋਂ ਗੁਜ਼ਰਦੇ ਨੇ। ਔਰ ਕਈ ਵਾਰੀ ਉਹਨਾਂ ਸੰਤਾਂ ਨੂੰ ਇਹ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਤੁਸੀਂ ਤੇ ਇੰਨੇ ਪਹੁੰਚੇ ਹੋਏ ਹੋ, ਪਰਮਾਤਮਾ ਨਾਲ ਇੱਕ ਹੋਏ ਹੋ, ਫਿਰ ਤੁਹਾਨੂੰ ਕਿਉਂ ਇਹ ਕਰਮ ਭੋਗਣੇ ਪੈ ਰਹੇ ਨੇ? ਤੇ ਇਹੀ ਕਹਿੰਦੇ ਨੇ ਕਿ ਜਿਹੜੇ ਪ੍ਰਾਲਬਧ ਹੁਣ ਤੱਕ ਸੀ ਨਾਲ ਲੈ ਕੇ ਆਏ ਆ ਕਰਮਾਂ ਦੇ, ਹੁਣ ਇਹਦੇ ਬਾਅਦ ਤੇ ਜਨਮ ਲੈਣਾ ਨਹੀਂ, ਔਰ ਇਹਦੇ ਬਾਅਦ ਜਨਮ ਨਹੀਂ ਲੈਣਾ, ਤੇ ਉਹ ਐਸੇ ਜਨਮ ਵਿੱਚ ਖਤਮ ਕਰਕੇ ਜਾਣੇ ਨੇ, ਐਸੇ ਜਨਮ ਵਿੱਚ ਭੋਗ ਕੇ ਜਾਣੇ ਨੇ। ਤਾਂ ਹੀ ਕ੍ਰਿਸ਼ਨ ਭਗਵਾਨ ਨੇ ਗੀਤਾ ਵਿੱਚ ਕਿਹਾ ਅਰਜੁਨ ਨੂੰ ਕਿ ਤੂੰ ਨਿਸ਼ਕਾਮ ਕਰਮ ਕਰ, ਅੱਛੇ ਔਰ ਬੁਰੇ ਦੋਨੋਂ ਮੈਨੂੰ ਅਰਪਣ ਕਰ ਦੇ, ਤਾਂ ਇਸ ਕਰਮ ਚੱਕਰ ਚੋਂ ਬਾਹਰ ਆਵਾਂਗੇ। ਅਗਰ ਅਸੀਂ ਅੱਛੇ ਕਰਮਾਂ ਦਾ ਫਲ ਪਾਉਣ ਦੀ ਇੱਛਾ ਕਰਾਂਗੇ ਤਾਂ ਵੀ ਅਸੀਂ ਕਰਮ ਚੱਕਰ ਚੋਂ ਬਾਹਰ ਨਹੀਂ ਆ ਸਕਦੇ। ਤਾਂ ਹੀ ਕਿਹਾ ਜਾਂਦਾ ਹੈ ਕਿ ਅਕਰਤਾ ਭਾਵ ਵਿੱਚ ਰਹੋ, ਨਿਸ਼ਕਾਮ ਕਰਮ ਕਰੋ। ਬਾਣੀ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਨਿਸ਼ਕਾਮ ਕਰਮ ਕਰੋ। ਨਿਸ਼ਕਾਮ ਕਰਮ ਨਾਲ ਅਸੀਂ ਉਸ ਚੱਕਰ ਚੋਂ ਬਾਹਰ ਆ ਜਾਂਦੇ ਹਾਂ। ਹੁਣ ਇੱਥੇ ਬਹੁਤ ਸਮਝਣ ਵਾਲੀ ਗੱਲ ਹੈ ਕਿ ਜਿਸ ਵੇਲੇ ਸਦਨਾ ਜੀ ਨੂੰ ਬ੍ਰਹਮ ਗਿਆਨ ਹੋ ਗਿਆ, ਫਿਰ ਉਹਨਾਂ ਨੇ ਜਾ ਕੇ ਪ੍ਰਚਾਰ ਕੀਤਾ ਉਸ ਗਿਆਨ ਦਾ। ਹੁਣ ਅੱਜ ਅਗਰ ਅਸੀਂ ਦੇਖੀਏ, ਪਤਰੀ ਸਰ ਨੇ ਸਾਨੂੰ ਸਿਧਾਂਤ ਪਹਿਲਾਂ ਦਿੱਤਾ ਕਿ ਸਵਾਸਾਂ ਨਾਲ ਧਿਆਨ ਕਰੋ ਔਰ ਉਸੇ ਧਿਆਨ ਦਾ ਪ੍ਰਚਾਰ ਕਰੋ। ਇਹ ਨਹੀਂ ਕਿਹਾ ਕਿ ਆਪ ਤੇ ਸਵਾਸਾਂ ਨਾਲ ਕਰੋ ਤੇ ਦੂਜਿਆਂ ਨੂੰ ਕੁਝ ਹੋਰ ਸਿਖਾਓ, ਨਹੀਂ, ਸਵਾਸਾਂ ਨਾਲ ਹੀ ਧਿਆਨ ਕਰੋ ਔਰ ਉਹੀ ਧਿਆਨ ਸਾਰਿਆਂ ਨੂੰ ਸਿਖਾਓ। ਤੇ ਇੱਥੇ ਬਹੁਤ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਜਿੰਨੇ ਤੁਸੀਂ ਸੰਤ ਭਗਤ ਮਹਾਂਪੁਰਸ਼ ਦੇਖਦੇ ਹੋ, ਉਹ ਜਿੱਥੇ ਇਕੱਲੇ ਬਹਿ ਕੇ ਸਾਧਨਾ ਕਰਦੇ ਸੀ, ਉੱਥੇ ਨਾਲ ਹੀ ਨਾਲ ਉਹ ਸੱਚ ਦਾ ਪ੍ਰਚਾਰ ਕਰਦੇ ਸੀ। ਪ੍ਰਚਾਰ ਕਰਨਾ ਇੰਨਾ ਜ਼ਰੂਰੀ ਹੈ ਕਿ ਜੋ ਸੱਚ ਤੁਸੀਂ ਪਾਇਆ ਹੈ ਉਹ ਦੂਜੇ ਨੂੰ ਵੀ ਦੱਸੋ, ਤਾਂ ਕਿ ਉਹਦਾ ਵੀ ਰਸਤਾ ਸਾਫ਼ ਹੋਏ ਔਰ ਉਹ ਵੀ ਪਰਮਾਤਮਾ ਦੇ ਪਾਸੇ ਤੇ ਚੱਲੇ। ਤੇ ਪ੍ਰਚਾਰ ਹਰ ਇੱਕ ਸੰਤ ਭਗਤ ਨੇ ਪ੍ਰਚਾਰ ਕੀਤਾ। ਗਿਆਨ ਹੋਣ ਤੋਂ ਬਾਅਦ ਉਹ ਕਿਧਰੇ ਬੈਠ ਨਹੀਂ ਗਏ ਛੁਪ ਕੇ, ਉਹਨਾਂ ਨੇ ਪ੍ਰਚਾਰ ਕੀਤਾ, ਉਹ ਸੱਚ ਲੋਕਾਂ ਨੂੰ ਦੱਸਿਆ। ਸੱਚ ਕਿਸ ਤਰ੍ਹਾਂ ਪਾਣਾ ਹੈ, ਕਿਸ ਤਰ੍ਹਾਂ ਉਹਨਾਂ ਨੇ ਪਾਇਆ, ਔਰ ਸੱਚ ਪਾਣ ਨਾਲ ਕੀ ਹੋਏਗਾ, ਉਹਨਾਂ ਨੇ ਇਹ ਲੋਕਾਂ ਨੂੰ ਦੱਸਿਆ। ਤੇ ਉਹਨਾਂ ਦੇ ਜੀਵਨ ਦੀ ਇੱਕ ਬਹੁਤ ਪਿਆਰੀ ਘਟਨਾ ਆਂਦੀ ਹੈ ਕਿ ਜਿਸ ਵੇਲੇ ਉਹ ਪ੍ਰਚਾਰ ਕਰਨ ਨਿਕਲ ਗਏ ਔਰ ਜਗ੍ਹਾ ਜਗ੍ਹਾ ਜਾਂਦੇ ਸੀ, ਤੇ ਇੱਕ ਜਗ੍ਹਾ ਉਹ ਗਏ ਤੇ ਉਹਨਾਂ ਨੂੰ ਭੁੱਖ ਲੱਗੀ, ਤੇ ਉੱਥੇ ਉਹ ਇੱਕ ਘਰ ਦਾ ਕੁੰਡਾ ਖੜਕਾਇਆ ਕਿ ਇੱਥੇ ਮੈਂ ਰੋਟੀ ਖਾ ਕੇ ਪਾਣੀ ਪੀ ਕੇ ਤੇ ਮੈਂ ਆਪਣੀ ਸਾਧਨਾ ਕਰਾਂ। ਤੇ ਜਿਸ ਵੇਲੇ ਕੁੰਡਾ ਖੜਕਾਇਆ ਤੇ ਉਹ ਬ੍ਰਾਹਮਣ ਦਾ ਘਰ ਸੀ, ਉਹਦੀ ਪਤਨੀ ਬਾਹਰ ਆਈ, ਉਹ ਬੜੇ ਆਦਰ ਮਾਨ ਨਾਲ ਉਹਨਾਂ ਨੂੰ ਘਰ ਦੇ ਅੰਦਰ ਲੈ ਗਈ, ਉਹਨਾਂ ਨੂੰ ਰੋਟੀ ਖਵਾਈ, ਬੜੇ ਪਿਆਰ ਦੀਆਂ ਗੱਲਾਂ ਕੀਤੀਆਂ, ਸਭ ਕੁਝ ਪੁੱਛਿਆ, ਪਰ ਉਹ ਉਹਨਾਂ ਤੇ ਮੋਹਿਤ ਹੋ ਗਈ, ਮਨ ਵਿੱਚ ਬੁਰੀ ਭਾਵਨਾ ਆ ਗਈ ਔਰ ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਭੋਗ ਕਰੋ। ਤੇ ਉਹਨਾਂ ਨੇ ਕਿਹਾ ਨਹੀਂ, ਇਹ ਗਲਤ ਹੈ, ਇਹ ਨਹੀਂ ਹੋ ਸਕਦਾ। ਔਰ ਵੈਸੇ ਵੀ ਉਹ ਸਾਧਨਾ ਕਰਦੇ ਸੀ। ਤੇ ਉਹ ਜਿਹੜੀ ਬ੍ਰਾਹਮਣ ਦੀ ਪਤਨੀ ਸੀ, ਉਹਦਾ ਪਤੀ ਬਿਮਾਰ ਸੀ, ਤੇ ਉਹਨੇ ਸੋਚਿਆ ਸ਼ਾਇਦ ਮੇਰੇ ਪਤੀ ਤੋਂ ਡਰ ਰਹੇ ਨੇ, ਤਾਂ ਕਰਕੇ ਇਹ ਮਨਾ ਕਰ ਰਹੇ ਨੇ। ਤੇ ਉਹਨੇ ਆਪਣੇ ਪਤੀ ਦਾ ਗਲਾ ਕੱਟ ਦਿੱਤਾ ਕਿ ਹੁਣ ਤੇ ਕੋਈ ਡਰ ਨਹੀਂ ਹੈ, ਹੁਣ ਤੁਸੀਂ ਮੇਰੇ ਨਾਲ ਭੋਗ ਕਰ ਸਕਦੇ ਹੋ, ਅਸੀਂ ਇਕੱਠੇ ਰਹਿ ਸਕਨੇ ਆ। ਤੇ ਉਹ ਉੱਥੋਂ ਦੀ ਚਲੇ ਗਏ। ਉਹਨਾਂ ਨੇ ਕਿਹਾ ਨਹੀਂ, ਇਹ ਗਲਤ ਹੈ, ਤੂੰ ਬਹੁਤ ਗਲਤ ਕੀਤਾ। ਹੁਣ ਉਹਨੇ ਜਿਸਲੇ ਦੇਖਿਆ ਕਿ ਇਹ ਗੱਲ ਬਾਹਰ ਨਿਕਲ ਜਾਏਗੀ, ਤੇ ਉਹਨੇ ਸ਼ੋਰ ਮਚਾ ਦਿੱਤਾ ਕਿ ਇਹਨਾਂ ਨੇ ਮੇਰੇ ਤੇ ਨੀਅਤ ਖਰਾਬ ਕੀਤੀ ਹੈ ਔਰ ਮੇਰੇ ਪਤੀ ਨੂੰ ਮਾਰ ਦਿੱਤਾ। ਲੋਕ ਇਕੱਠੇ ਹੋ ਗਏ।
लोग इकट्ठे हो गए, राजा तक गल पहुंची ते ओने राजा ने जिसले देखा ते हुण ऐस भगत बहुत हैरान ने कि ऐसा ते कुछ होया ही नहीं। लेकिन राजा ने जिस वेले देखा उस ब्राह्मण दी पत्नी दी गल सुनी ते राजा ने कहा कि इन्हां दे हथ कट दिओ, इन्हां नूं इह सजा दिओ कि इन्हां दे हथ कट दिओ। हुण उन्हां दा हथ कटिया गया और ਉਹ ਤਾਂ ਵੀ ਉਹਨਾਂ ਨੇ परमात्मा ਨੂੰ ਕੋਈ ਉਲਾਮਾ नहीं ਦਿੱਤਾ कि मेरा हथ क्यों कटिया गया, मैं ਤੇ ਇੰਨੀ ਭਗਤੀ ਕਰਨਾ, इतना सब कुछ करना। ਉਹ ਫਿਰ ਕਹਿੰਦੇ ਨੇ कि कई जगह ते ਇਹ ਲਿਖਿਆ ਹੋਇਆ ਕਿ ਉਹ ਕਿਸੇ ਹੋਰ ਸੰਤ ਨੂੰ ਮਿਲੇ ਜਾ ਕੇ ਜਿਹਨੂੰ पूर्व जन्म ਜਿਹੜੇ ਨੇ ਉਹ ਪਤਾ ਲੱਗ ਜਾਂਦੇ ਸੀ, ਕਿਉਂਕਿ ਅਜੇ ਸਾਧਨਾ ਕਰ ਰਹੇ ਸੀ। ਤੇ ਇਹਨਾਂ ਨੇ ਕਿਹਾ ਕਿ ਬਿਨਾਂ ਕਰਮ ਤੋਂ ਤੇ ਸਜ਼ਾ ਮਿਲੀ ਨਹੀਂ। ਠੀਕ ਹੈ, ਮੈਂ ਇਸ ਜਨਮ ਚ ਕੁਝ ਨਹੀਂ ਕੀਤਾ, ਮੈਂ ਕੋਈ ਗਲਤੀ ਨਹੀਂ ਕੀਤੀ, ਮੇਰਾ ਕੋਈ ਐਸਾ ਇਰਾਦਾ ਹੀ ਨਹੀਂ ਸੀ, ਲੇਕਿਨ ਕੋਈ ਤੇ ਐਸਾ ਕਰਮ ਹੋਏਗਾ ਪਿਛਲੇ ਜਨਮ ਦਾ ਜਿਨਨੇ ਮੇਰਾ ਹੱਥ ਕਟਵਾ ਦਿੱਤਾ। ਤੇ ਉਹ ਉਹਦੇ ਕੋਲ ਗਏ ਪੁੱਛਣ ਕਿ ਇਹ ਕੀ ਕਰਮ ਐਸਾ ਕੀ ਕੀਤਾ ਜੋ ਮੈਨੂੰ ਇਹ ਸਜ਼ਾ ਮਿਲੀ। ਤੇ ਉਹ ਜਿਹੜੇ ਸੰਤ ਸੀ ਫਿਰ ਉਹਨਾਂ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਤੁਸੀਂ ਸਾਧੂ ਹੀ ਸੀ ਔਰ ਇੱਕ ਚੌਰਾਹੇ ਤੇ ਬੈਠ ਕੇ ਚਬੂਤਰੇ ਤੇ ਤੁਸੀਂ ਪਰਮਾਤਮਾ ਦਾ ਨਾਮ ਲੈ ਰਹੇ ਸੀ, ਮਾਲਾ ਫੇਰ ਰਹੇ ਸੀ। ਉੱਥੋਂ ਇੱਕ ਗਾਂ ਦੌੜੀ ਔਰ ਗਾਂ ਦੇ ਪਿੱਛੇ ਇੱਕ ਆਦਮੀ ਦੌੜਿਆ ਤੇ ਉਹ ਜਿਹੜਾ ਗਾਂ ਕਿਹੜੇ ਪਾਸੇ ਚਲੀ ਗਈ ਉਸ ਆਦਮੀ ਨੂੰ ਪਤਾ ਨਹੀਂ ਚੱਲਿਆ। ਤੇ ਉਹਨੇ ਤੁਹਾਡੇ ਕੋਲੋਂ ਪੁੱਛਿਆ ਕਿ ਇੱਥੋਂ ਕੋਈ ਗਾਂ ਗਈ ਹੈ, ਕਿਹੜੇ ਪਾਸੇ ਗਈ ਹੈ। ਤੁਸੀਂ ਬਿਨਾਂ ਅੱਗਾ ਪਿੱਛਾ ਦੇਖੇ ਕਿ ਇਹ ਕੌਣ ਹੈ, ਇਹਦੀ ਗਾਂ ਹੈ ਨਹੀਂ ਹੈ, ਇਹ ਗਾਂ ਨੂੰ ਮਾਰਨ ਜਾ ਰਿਹਾ, ਬਚਾਉਣ ਜਾ ਰਿਹਾ, ਬਿਨਾਂ ਕੁਝ ਸੋਚੇ ਸਮਝੇ ਜਿਸ ਹੱਥ ਵਿੱਚ ਮਾਲਾ ਪਕੜੀ ਸੀ ਉਸ ਹੱਥ ਨਾਲ ਇਸ਼ਾਰਾ ਕਰ ਦਿੱਤਾ ਕਿ ਇਸ ਪਾਸੇ ਗਈ ਹੈ। ਤੇ ਉਹ ਕਸਾਈ ਸੀ, ਉਹਨੇ ਉਹ ਗਾਂ ਪਕੜ ਲਈ ਔਰ ਗਾਂ ਨੂੰ ਮਾਰ ਦਿੱਤਾ। ਕਿਉਂਕਿ ਤੁਸੀਂ ਇਸ਼ਾਰਾ ਕੀਤਾ, ਤੁਸੀਂ ਕਾਰਨ ਬਣੇ ਉਸ ਗਾਂ ਦੀ ਮੌਤ ਦਾ। ਔਰ ਉਹ ਕਸਾਈ ਜਿਹੜਾ ਉਹਨੇ ਗਾਂ ਨੂੰ ਮਾਰ ਦਿੱਤਾ, ਉਹ ਜਿਸ ਹੱਥ ਨਾਲ ਤੁਸੀਂ ਇਸ਼ਾਰਾ ਕੀਤਾ ਉਹ ਹੱਥ ਤੁਹਾਡਾ ਉਹ ਕਰਮ ਭੋਗ ਕਰਕੇ, ਉਸ ਕਰਮ ਦੀ ਸਜ਼ਾ ਕਰਕੇ ਉਹ ਹੱਥ ਤੁਹਾਡਾ ਇਸ ਜਨਮ ਵਿੱਚ ਕਟਿਆ ਗਿਆ, ਇਹ ਪਿਛਲਾ ਹੈ। ਫਿਰ ਉਹ ਕਹਿਣ ਲੱਗੇ ਕਿ ਠੀਕ ਹੈ ਮੈਨੂੰ ਤੇ ਸਜ਼ਾ ਮਿਲੀ, ਲੇਕਿਨ ਉਹ ਕਸਾਈ ਔਰ ਗਾਂ ਦਾ ਕੀ ਹੋਇਆ। ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਪਤਨੀ ਹੈ ਬ੍ਰਾਹਮਣ ਦੀ ਉਹ ਗਾਂ ਸੀ, ਬ੍ਰਾਹਮਣ ਕਸਾਈ ਸੀ, ਤੇ ਦੋਨਾਂ ਦਾ ਬਦਲਾ ਪੂਰਾ ਹੋ ਗਿਆ, ਸਾਰੇ ਕਰਮ ਸਭ ਦੇ ਬਰਾਬਰ ਹੋ ਗਏ। ਤੇ ਕਰਮ ਸਿਧਾਂਤ ਕਹਿੰਦਾ ਹੈ ਕਿ ਜਿਹੜਾ ਅੰਗ ਗੁਨਾਹ ਕਰਦਾ ਉਸ ਅੰਗ ਨੂੰ ਸਜ਼ਾ ਮਿਲਦੀ ਹੈ, ਐਵੇਂ ਹੀ ਕਿਸੇ ਨੂੰ ਸਜ਼ਾ ਨਹੀਂ ਮਿਲਦੀ, ਉਸ ਅੰਗ ਨੂੰ ਸਜ਼ਾ ਮਿਲਦੀ ਹੈ। ਲੇਕਿਨ ਜਿਸ ਵੇਲੇ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਾਧਨਾ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਉਸ ਵੇਲੇ ਉਹ ਜਿਹੜੇ ਕਰਮ ਉਹਨੇ ਬਹੁਤ ਜ਼ਿਆਦਾ ਔਖੇ ਕਰਮ ਭੋਗਨੇ ਹੁੰਦੇ ਨੇ ਉਹ ਉਹਦੇ ਘਟ ਜਾਂਦੇ ਨੇ। ਔਰ ਅਗਰ ਗੁਰੂ ਦੀ ਪ੍ਰਸੰਨਤਾ ਮਿਲ ਜਾਏ ਤੇ ਉਹ ਗੁਰੂ ਅਗਰ ਚਾਹੇ ਤੇ ਉਹਦੇ ਕਰਮ ਸੁਪਨੇ ਵਿੱਚ ਵੀ ਕੱਟ ਦਿੰਦਾ ਹੈ। ਉਹਨੇ ਕਈ ਵਾਰ ਕਰਮ ਸਿਧਾਂਤ ਦੀ ਪਤਰੀ ਸਰ ਨਾਲ ਬੜੇ ਲੋਕਾਂ ਨੇ ਗੱਲ ਕੀਤੀ ਤੇ ਪਤਰੀ ਸਰ ਨੇ ਕਿਹਾ ਕਿ ਜੋ ਵੀ ਕਰਮ ਤੁਸੀਂ ਕਰੋਗੇ ਉਹ ਤੇ ਤੁਹਾਨੂੰ ਭੋਗਣਾ ਹੀ ਪਏਗਾ। 80% ਤੁਹਾਨੂੰ ਉਹ ਕਰਮ ਭੋਗਣਾ ਹੀ ਪਏਗਾ। 80% ਜਿਹੜਾ ਉਹਦਾ ਕਰਮ ਦਾ ਫਲ ਹੈ ਉਹ ਟਲ ਸਕਦਾ ਹੈ, ਲੇਕਿਨ 20% ਤੁਹਾਨੂੰ ਭੋਗਣਾ ਹੀ ਪਏਗਾ। ਔਰ ਹਰ ਚੀਜ਼ ਨੂੰ ਅਸੀਂ ਕਰਮ ਸਿਧਾਂਤ ਨਾਲ ਨਹੀਂ ਜੋੜ ਸਕਦੇ ਕਿ ਹਰ ਚੀਜ਼ ਕਰਮ ਸਿਧਾਂਤ ਨਾਲ ਜੁੜੀ ਹੋਈ ਹੈ। ਕਈ ਵਾਰੀ ਆਤਮਾ ਐਸੇ ਚੈਲੰਜ, ਐਸੀਆਂ ਚੁਣੌਤੀਆਂ ਯੋਜਨਾ ਬਣਾ ਕੇ ਆਂਦੀ ਹੈ ਤਾਂ ਕਿ ਉਹ ਦੂਜਿਆਂ ਲਈ ਪ੍ਰੇਰਣਾ ਬਣ ਸਕੇ। ਹੁਣ ਅਗਰ ਅਸੀਂ ਕਹੀਏ ਕਿ ਇਹ ਤੇ ਆਪਣੇ ਕਰਮ ਭੋਗ ਰਿਹਾ, ਇੰਨਾ ਧਿਆਨ ਕਰ ਰਿਹਾ, ਫਿਰ ਵੀ ਆਪਣੇ ਕਰਮ ਭੋਗ ਰਿਹਾ, ਨਹੀਂ, ਉਹਦੀ ਆਤਮਾ ਦੀ ਯੋਜਨਾ ਐਸੀ, ਉਹਨੇ ਐਸੀ ਪਲਾਨ ਬਣਾਇਆ ਕਿ ਦੇਖੋ ਮੈਂ ਵਿਕਲਾਂਗ ਹੋ ਕੇ ਵੀ ਦੇਖੋ ਕਿੰਨਾ ਕੁਝ ਕਰ ਸਕਣਾ। ਐਸੇ ਬਹੁਤ ਉਦਾਹਰਣ ਸਾਡੇ ਆਸ-ਪਾਸ ਹੁੰਦੇ ਨੇ ਕਿ ਬੰਦਾ ਆਪਣੇ ਸਰੀਰ ਦੀ ਅਵਸਥਾ ਤੋਂ ਉੱਤੇ ਉੱਠ ਕੇ ਬਹੁਤ ਕਰਮ ਕਰਦਾ ਹੈ। ਔਰ ਇਹ ਇੱਕ ਪਰੀਖਿਆ ਹੁੰਦੀ ਹੈ ਅਧਿਆਤਮ ਵਿੱਚ ਕਿ ਦੁੱਖ ਜਿਸ ਵੇਲੇ ਆਏ ਤੁਸੀਂ ਉਸ ਵੇਲੇ ਕਿਸ ਤਰ੍ਹਾਂ ਵਿਵਹਾਰ ਕਰਦੇ ਹੋ। ਕੀ ਤੁਸੀਂ ਪਰਮਾਤਮਾ ਦਾ ਰਸਤਾ ਛੱਡ ਦਿੰਦੇ ਹੋ, ਕਿ ਪਰਮਾਤਮਾ ਨੂੰ ਉਲਾਮੇ ਦਿੰਦੇ ਹੋ, ਜਾਂ ਤੁਸੀਂ ਇਹ ਰਸਤਾ ਛੱਡ ਕੇ ਦੂਜੇ ਪਾਸੇ ਲੱਗ ਜਾਂਦੇ ਹੋ, ਦੂਰ ਹੋ ਜਾਂਦੇ ਹੋ ਗੁਰੂ ਤੋਂ। ਇਹ ਪਰੀਖਿਆ ਹੈ। ਔਰ ਐਸੇ ਲਈ ਕੁਛ ਵੀ ਹੋਏ ਇਨਸਾਨ ਦੀ ਜ਼ਿੰਦਗੀ 'ਚ ਉਹਨੂੰ ਆਪਣਾ ਰਸਤਾ ਨਹੀਂ ਬਦਲਣਾ ਚਾਹੀਦਾ। ਤਾਂ ਹੀ ਕਹਿੰਦੇ ਨੇ ਕਿ ਸੂਲੀ ਦਾ ਕੰਡਾ ਤੇ ਬਣ ਜਾਂਦਾ, ਜੇ ਪਰਮਾਤਮਾ ਦੇ ਰਸਤੇ ਤੇ ਬੰਦਾ ਚਲੇ ਤੇ ਸੂਲੀ ਦਾ ਕੰਡਾ ਬਣ ਜਾਂਦਾ ਹੈ। ਔਰ ਜਿਹੜੇ ਵੀ ਸੰਤ ਭਗਤ ਹੋਏ ਨੇ ਉਹਨਾਂ ਸਾਰਿਆਂ ਨੇ ਆਪਣੇ ਪ੍ਰਲਬਧ ਕਰਮ ਭੋਗੇ ਨੇ। ਗੌਤਮ ਬੁੱਧ ਦੇ ਟਾਈਮ ਤੇ ਜਿਸ ਵੇਲੇ ਭਿਕਸ਼ੂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਗੁਰੂ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਇੰਨਾ ਤੁਹਾਨੂੰ ਗਿਆਨ ਹੈ, ਬ੍ਰਹਮ ਗਿਆਨ ਹੈ, ਫਿਰ ਵੀ ਤੁਸੀਂ ਇੰਨੇ ਦੁੱਖ ਭੋਗ ਰਹੇ ਹੋ,
ਫਿਰ ਵੀ ਇੰਨੇ ਕਰਮ ਤੁਹਾਡੇ ਕਰਮ ਸਿਧਾਂਤ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ, ਤੇ ਫਿਰ ਇੰਨਾ ਸਭ ਕੁਝ ਕਰਨ ਦੀ ਸਾਧਨਾ ਦਾ ਕੀ ਫਾਇਦਾ? ਤੇ ਉਹਨਾਂ ਨੇ ਕਿਹਾ ਨਹੀਂ, ਸਾਰੇ ਜਿਹੜੇ ਕਰਮ ਨੇ ਸੰਚਿਤ ਔਰ ਕਿਰਿਆਵਾਨ ਉਹ ਸਭ ਖਤਮ ਹੋ ਜਾਂਦੇ ਨੇ, ਲੇਕਿਨ ਜਿਹੜੇ ਪ੍ਰਲਬਧ ਕਰਮ ਨੇ, ਜੋ ਮੈਂ ਕਰਮ ਕਰਕੇ ਇੱਥੋਂ ਤੱਕ ਆਇਆ, ਉਹਨਾਂ ਦਾ ਬੋਝ ਲੈ ਕੇ ਕਰਮਾਂ ਦਾ, ਉਹ ਮੈਨੂੰ ਭੋਗਣੇ ਹੀ ਪੈਣਗੇ, ਕਿਉਂਕਿ ਮੈਂ ਅੱਗੋਂ ਜਨਮ ਨਹੀਂ ਲੈਣਾ, ਤੇ ਮੈਂ ਐਸੇ ਜਨਮ ਵਿੱਚ ਆਪਣੀ ਆਤਮਾ ਨੂੰ ਸ਼ੁੱਧ ਕਰਕੇ ਅੱਗੇ ਜਾਣਾ। ਤੇ ਇਹ ਭਗਤ ਸਦਨਾ ਜੀ ਨੇ ਇਹ ਸ਼ਬਦ ਜਿਹੜਾ ਗੁਰਬਾਣੀ ਵਿੱਚ ਉਚਾਰਿਆ, ਇਹਦੇ ਵਿੱਚ ਉਹਨਾਂ ਨੇ ਸਾਨੂੰ ਜਿੱਥੇ ਇਹ ਦੱਸਿਆ ਕਿ ਕਰਮ ਭੋਗਣੇ ਪੈਂਦੇ ਨੇ, ਉੱਥੇ ਇਹ ਵੀ ਨਾਲ ਦੱਸਿਆ ਕਿ ਜਿਸ ਵੇਲੇ ਬੰਦਾ ਸ਼ੁੱਧ ਮਨ ਕਰਕੇ ਪਰਮਾਤਮਾ ਦੇ ਰਸਤੇ ਤੇ ਚੱਲਦਾ ਹੈ, ਤੇ ਪਰਮਾਤਮਾ ਉਹਦੇ ਕਰਮਾਂ ਦਾ ਬੋਝ ਹਲਕਾ ਕਰ ਦਿੰਦਾ ਹੈ, ਉਹ ਥੋੜੇ ਵਿੱਚ ਨਿਪਟਾ ਦਿੰਦਾ ਹੈ। ਤੇ ਸ਼ੁੱਧ ਮਨ ਕਰਕੇ ਜਿਸ ਵੇਲੇ ਅਸੀਂ ਪਰਮਾਤਮਾ ਦੇ ਰਸਤੇ ਤੇ ਚੱਲਨੇ ਆ, ਤੇ ਸਾਡੀਆਂ ਗਲਤੀਆਂ ਜਿਹੜੀਆਂ ਨੇ ਉਹ ਮਾਫ ਹੋ ਜਾਂਦੀਆਂ ਨੇ। ਔਰ ਇਹ ਸਾਨੂੰ ਨਾਲ ਸਹਾਰਾ ਦਿੱਤਾ ਕਿ ਇਹ ਨਾ ਸਮਝੋ ਕਿ ਕਰਮ ਕੱਟਦੇ ਹੀ ਨਹੀਂ। ਉਹ ਕਹਿ ਰਹੇ ਸ਼ੇਰ ਦੀ ਸ਼ਰਨ 'ਚ ਜਾਣ ਦਾ ਕੀ ਫਾਇਦਾ ਜੇ ਇਹਨਾਂ ਛੋਟੇ ਛੋਟੇ ਚੀਜ਼ਾਂ ਤੋਂ ਡਰਦੇ ਰਹਿਣਾ ਹੈ। ਤੇ ਇਸ ਵਾਸਤੇ ਅਗਰ ਅਸੀਂ ਆਪਣੇ ਰਸਤੇ ਤੇ ਸਹੀ ਚੱਲਦੇ ਰਾਂਗੇ, ਸਾਧਨਾ ਕਰਦੇ ਰਾਂਗੇ, ਤੇ ਆਪਣੇ ਆਪ ਗੁਰੂ ਸ਼ਕਤੀਆਂ ਜਿਹੜੀਆਂ ਨੇ ਉਹ ਸਾਡੀ ਮਦਦ ਕਰਦੀਆਂ ਨੇ। ਔਰ ਅਸੀਂ ਇਸ ਜਿਹੜਾ ਕਰਮ ਸਿਧਾਂਤ ਹੈ ਇਹਨੂੰ ਗਹਿਰਾਈ ਨਾਲ ਸਮਝੀਏ ਔਰ ਜੀਵਨ 'ਚ ਉਤਾਰੀਏ ਕਿ ਕੋਈ ਵੀ ਕਰਮ ਕਰਨ ਤੋਂ ਪਹਿਲੇ ਸੋਚੀਏ ਕਿ ਇਹ ਵਾਪਸ ਆਏਗਾ ਤੇ ਕੀ ਹੋਏਗਾ। ਹੁਣ ਦੇਖੋ ਉਹਨਾਂ ਨੇ ਹੱਥ ਨਾਲ ਇਸ਼ਾਰਾ ਕੀਤਾ, ਇਸ਼ਾਰਾ ਕਰਨ ਨਾਲ ਕਿੰਨਾ ਵੱਡਾ ਕਰਮ ਬਣ ਗਿਆ। ਤਾਂ ਹੀ ਕਹਿੰਦੇ ਨੇ ਕਿ ਅਗਰ ਤੁਸੀਂ ਕਿਸੇ ਨੂੰ ਗਲਤ ਕੰਮ ਕਰਨ ਵਾਸਤੇ ਸਾਥ ਦਿੰਦੇ ਹੋ, ਪ੍ਰੇਰਣਾ ਦਿੰਦੇ ਹੋ, ਤੇ ਤਾਂ ਵੀ ਤੁਸੀਂ ਕਰਮ ਦੇ ਭਾਗੀਦਾਰ ਬਣ ਜਾਂਦੇ ਹੋ। ਇਸ ਵਾਸਤੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਕਿੰਨੀ ਜਾਗਰੂਕਤਾ ਨਾਲ ਜੀਵਨ ਜੀਣਾ ਚਾਹੀਦਾ ਹੈ, ਹੋਸ਼ਪੂਰਵਕ ਜੀਵਨ ਜੀਣਾ ਚਾਹੀਦਾ ਹੈ। ਔਰ ਉਹ ਤਾਂ ਹੀ ਹੋਏਗਾ ਜੇ ਅਸੀਂ ਗੁਰੂਆਂ ਦੇ ਦੱਸੇ ਹੋਏ ਸਿਧਾਂਤ ਤੇ ਚੱਲਾਂਗੇ, ਧਿਆਨ ਕਰਾਂਗੇ, ਵਿਚਾਰ ਕਰਾਂਗੇ, ਗ੍ਰੰਥਾਂ ਦਾ ਅਧਿਐਨ ਕਰਾਂਗੇ, ਸੰਤਾਂ ਦਾ ਜਿਹੜਾ ਜੀਵਨ ਹੈ ਉਹਨੂੰ ਪੜਾਂਗੇ, ਸੁਣਾਂਗੇ, ਤੇ ਫਿਰ ਸਾਨੂੰ ਹਰ ਦਿਨ ਯਾਦ ਰਹੇਗਾ ਕਿ ਅਸੀਂ ਜਿਸ ਵੇਲੇ ਕੁਝ ਕਰਨਾ ਹੈ ਹੋਸ਼ਪੂਰਵਕ ਕਰਨਾ ਹੈ, ਕਿ ਇਹ ਜੋ ਮੈਂ ਕਰਮ ਕਰ ਰਿਹਾ ਇਹ ਵਾਪਸ ਆਏਗਾ ਤੇ ਕੀ ਮੈਂ ਸਹਿਣ ਲਈ ਤਿਆਰ ਹਾਂ। ਔਰ ਅਸੀਂ ਗੱਲਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕਰ ਜਾਂਦੇ ਆ ਕਿ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਅਸੀਂ ਗਲਤ ਕਰ ਰਹੇ ਹਾਂ। ਲੇਕਿਨ ਫਿਰ ਵੀ ਕਹਿੰਦੇ ਨੇ ਬੀਜ ਧਰਤੀ 'ਚ ਸਿੱਧਾ ਡਿੱਗੇ ਜਾਂ ਪੁੱਠਾ ਡਿੱਗੇ, ਅੰਕੁਰਿਤ ਉਹਨੇ ਹੋ ਹੀ ਜਾਣਾ। ਤੇ ਅਸੀਂ ਧਿਆਨ ਕਰਨੇ ਆ, ਔਰ ਬਹੁਤ ਲੋਕ ਕਹਿੰਦੇ ਸਾਡਾ ਮਨ ਨਹੀਂ ਲੱਗਦਾ, ਵਿਚਾਰ ਬਹੁਤ ਆਉਂਦੇ ਨੇ, ਵਿਚਾਰ ਬਹੁਤ ਆਉਂਦੇ ਨੇ। ਸਾਡਾ ਕੰਮ ਹੈ ਬੈਠਣਾ, ਪਰਮਾਤਮਾ ਦਾ ਕੰਮ ਹੈ ਫਲ ਦੇਣਾ। ਤੇ ਜੇ ਅਸੀਂ ਬੈਠਾਂਗੇ ਹੀ ਨਹੀਂ ਕਿ ਨਹੀਂ ਸਾਡਾ ਤੇ ਮਨ ਨਹੀਂ ਲੱਗ ਰਿਹਾ, ਅਸੀਂ ਬੈਠਣਾ ਹੀ ਨਹੀਂ, ਤੇ ਫਿਰ ਸਾਨੂੰ ਕੋਈ ਫਾਇਦਾ ਨਹੀਂ ਮਿਲੇਗਾ। ਤੇ ਜੇ ਅਸੀਂ ਬੈਠੇ ਰਾਂਗੇ ਹਰ ਦਿਨ, ਤੇ ਆਪਣੇ ਆਪ ਪਰਮਾਤਮਾ ਫਲ ਲਗਾਏਗਾ। ਇਸ ਲਈ ਆਪਣੇ ਨਿਯਮ ਨੂੰ ਨਹੀਂ ਛੱਡਣਾ। ਜੋ ਸਾਨੂੰ ਪਤਰੀ ਜੀ ਨੇ ਸਮਝਾਇਆ ਕਿ ਜਿੰਨੀ ਉਮਰ ਹੈ ਓਨੀ ਦੇਰ ਬੈਠ ਕੇ ਹਰ ਦਿਨ ਧਿਆਨ ਕਰਨਾ, ਮਨ ਲੱਗੇ ਜਾਂ ਨਾ ਲੱਗੇ। ਹੁਣ ਦੇਖੋ ਉਸ ਲੱਕੜਹਾਰੇ ਨੇ ਭੇਸ਼ ਬਦਲਿਆ ਧੋਖਾ ਦੇਣ ਵਾਸਤੇ, ਔਰ ਦੇ ਵੀ ਲਿਆ ਧੋਖਾ, ਲੇਕਿਨ ਕਿਉਂਕਿ ਪਰਮਾਤਮਾ ਦਾ ਨਾਮ ਉਹਨੇ ਲਿਆ, ਯਾਦ ਕੀਤਾ ਪਰਮਾਤਮਾ ਨੂੰ, ਤੇ ਫਿਰ ਪਰਮਾਤਮਾ ਨੇ ਉਹਦੀ ਵੀ ਲਾਜ ਰੱਖੀ। ਤੇ ਐਸੇ ਤਰ੍ਹਾਂ ਜੇ ਅਸੀਂ ਹਰ ਦਿਨ ਧਿਆਨ ਕਰਾਂਗੇ ਔਰ ਜੋ ਸਾਨੂੰ ਗੁਰੂ ਨੇ ਸਿਧਾਂਤ ਦਿੱਤੇ, ਗੁਰੂਆਂ ਨੇ ਉਹਨਾਂ ਤੇ ਚੱਲਾਂਗੇ, ਤੇ ਆਪੇ ਕਹਿੰਦੇ ਨੇ ਬਾਹ ਫੜੇ ਦੀ ਲਾਜ ਰੱਖਦੇ ਨੇ ਫਿਰ ਉਹ। ਲੇਕਿਨ ਅਸੀਂ ਬਾਹ ਛੱਡਣੀ ਨਹੀਂ ਹੈ, ਅਸੀਂ ਉਹ ਸਿਧਾਂਤ ਜਿਹੜੇ ਨੇ ਉਹਨਾਂ ਨੂੰ ਜ਼ਿੰਦਗੀ 'ਚ ਅਪਣਾਣਾ ਹੈ। ਤੇ ਭਗਤ ਸਦਨਾ ਜੀ ਦਾ ਇੱਕ ਹੀ ਸ਼ਬਦ ਹੈ ਗੁਰਬਾਣੀ ਵਿੱਚ, ਲੇਕਿਨ ਪੂਰੇ ਅਧਿਆਤਮ ਦਾ ਸਾਰ ਹੈ। ਤੇ ਇਸ ਵਾਸਤੇ ਕਰਮ ਸਿਧਾਂਤ ਤੋਂ ਡਰਨਾ ਨਹੀਂ ਹੈ, ਇਹ ਡਰਾਉਣ ਲਈ ਨਹੀਂ ਹੈ, ਇਹ ਸਿੱਖਿਆ ਲਈ ਹੈ। ਕਿਉਂਕਿ ਅਗਰ ਸਾਨੂੰ ਸਾਡੇ ਕੀਤੇ ਹੋਏ ਕਰਮ ਦੇ ਲਈ ਕੋਈ ਫਲ ਨਹੀਂ ਮਿਲੇਗਾ, ਸਿੱਖਿਆ ਨਹੀਂ ਮਿਲੇਗੀ, ਤੇ ਅਸੀਂ ਤੇ ਬੜੇ ਹੀ ਦੁਸ਼ਟ ਬਣ ਜਾਵਾਂਗੇ, ਫਿਰ ਅਸੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਾਂਗੇ। ਇਸ ਲਈ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਚਲਾਉਣ ਲਈ ਇਹ ਕਰਮ ਸਿਧਾਂਤ ਬਣਾਇਆ। ਫਿਰ ਵੀ ਪਰਮਾਤਮਾ ਨੇ ਸੰਤਾਂ ਨੂੰ, ਗੁਰੂ ਨੂੰ ਇਹ ਪਾਵਰ ਦਿੱਤੀ ਕਿ ਉਹ ਕਰਮ ਬਦਲ ਸਕਦੇ ਨੇ, ਕਰਮ ਭੋਗਣੇ ਪੈਂਦੇ ਨੇ, ਲੇਕਿਨ ਉਹਦਾ ਅਸਰ ਘਟ ਜਾਂਦਾ ਹੈ। ਜਿਸ ਤਰ੍ਹਾਂ ਦ੍ਰੋਪਦੀ, ਉਹਨੇ ਵਸਤਰ ਹਰਨ ਹੋਇਆ ਉਹਦਾ, ਔਰ ਉਹਨੇ ਜਿਸ ਵੇਲੇ ਕ੍ਰਿਸ਼ਨ ਭਗਵਾਨ ਕੋਲੋਂ ਪੁੱਛਿਆ ਕਿ ਕਿਹੜਾ ਮੇਰਾ ਕਰਮ ਸੀ ਜਿਹਦੇ ਕਰਕੇ ਮੈਨੂੰ ਇੰਨਾ ਅਪਮਾਨ ਸਹਿਣਾ ਪਿਆ, ਤੇ ਫਿਰ ਕ੍ਰਿਸ਼ਨ ਭਗਵਾਨ ਨੇ ਦ੍ਰੋਪਦੀ ਨੂੰ ਦੱਸਿਆ ਕਿ ਪਿਛਲੇ ਜਨਮ ਵਿੱਚ ਤੂੰ ਇੱਕ ਸਾਧੂ ਨਾਲ ਮਜ਼ਾਕ ਕੀਤਾ ਸੀ,
ਉਹ ਸਾਧੂ ਨਦੀ ਚ ਨਹਾਣ ਗਿਆ ਔਰ ਤੂੰ ਉਹਦੇ ਕੱਪੜੇ ਛੁਪਾ ਦਿੱਤੇ, ਮਜ਼ਾਕ ਕੀਤਾ ਉਹਦੇ ਨਾਲ। ਉਹ ਬੜਾ ਪਰੇਸ਼ਾਨ ਹੋਇਆ ਔਰ ਉਹਨੂੰ ਫਿਰ ਨਗਨ ਅਵਸਥਾ ਵਿੱਚ ਨਦੀ ਚੋਂ ਬਾਹਰ ਨਿਕਲਣਾ ਪਿਆ। ਉਹਨੇ ਬਹੁਤ ਢੂੰਡੇ ਆਪਣੇ ਕੱਪੜੇ, ਫਿਰ ਉਹਨੂੰ ਇੱਕ ਪੇੜ ਥੱਲੇ ਆਪਣੇ ਕੱਪੜੇ ਮਿਲੇ ਤੇ ਮਨ ਦੁਖੀ ਹੋਇਆ ਬੜਾ ਉਹਦਾ। ਉਹ ਤੇ ਉਹਨੂੰ ਸਮਝ ਆ ਗਈ ਕਿਸੇ ਨੇ ਮਜ਼ਾਕ ਕੀਤਾ, ਤੇ ਉਹਦੇ ਮਨ ਚ ਨਿਕਲ ਗਈ ਗੱਲ ਕਿ ਜਿੰਨੇ ਮੇਰੇ ਨਾਲ ਇੰਜ ਕੀਤਾ ਉਹਦੇ ਨਾਲ ਵੀ ਇੰਜ ਹੀ ਹੋਏਗਾ। ਉਹਦੇ ਕਰਕੇ ਤੈਨੂੰ ਇਹ ਦੁੱਖ ਭੋਗਣਾ ਪਿਆ, ਲੇਕਿਨ ਨਿਰਵਸਤਰ ਨਹੀਂ ਕਰ ਪਾਏ ਉਹ। ਪਰ ਉਹ ਦੁੱਖ ਤੇ ਕਰਮ ਦਾ ਭੋਗਣਾ ਹੀ ਪਿਆ ਨਾ। ਉਸ ਵੇਲੇ ਉਹਦੀ ਕੀ ਹਾਲਤ ਹੋਈ ਜਿਸ ਵੇਲੇ ਉਹਨੂੰ ਘਸੀਟ ਕੇ ਵਾਲਾਂ ਤੋਂ ਉਹਦੇ ਸਾੜੀ ਖਿੱਚੀ ਗਈ, ਤੇ ਕਿੰਨਾ ਉਹਨੂੰ ਦੁੱਖ ਹੋਇਆ। ਤੇ ਫਿਰ ਪਰਮਾਤਮਾ ਨੇ ਉਹਦੀ ਲਾਜ ਰੱਖੀ। ਤੇ ਫਿਰ ਦ੍ਰੋਪਦੀ ਨੇ ਕਿਹਾ, ਫਿਰ ਮੇਰੀ ਲਾਜ ਕਿਸ ਤਰ੍ਹਾਂ ਰੱਖੀ ਤੁਸੀਂ, ਜਿਵੇਂ ਕਰਮ ਹੀ ਕੀਤਾ ਸੀ। ਤੇ ਉਹਨਾਂ ਨੇ ਕਿਹਾ, ਉਹ ਤੇਰੇ ਦੂਜੇ ਕਰਮ ਦਾ ਫਲ ਸੀ ਕਿ ਇੱਕ ਵਾਰੀ ਦੁਰਵਾਸਾ ਰਿਸ਼ੀ ਇਸ਼ਨਾਨ ਕਰ ਰਹੇ ਸੀ ਤੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਸੀ, ਤੇ ਉਹਨਾਂ ਦੀ ਜਿਹੜੀ ਕੁਪੀਨ ਲੰਗੋਟੀ ਸੀ ਉਹ ਪਾਣੀ ਵਿੱਚ ਬਹਿ ਗਈ। ਉਹ ਇੱਧਰ ਉੱਧਰ ਦੇਖ ਰਹੇ ਸੀ ਤੇ ਤੈਨੂੰ ਸਮਝ ਆ ਗਈ ਕਿ ਇਹਨਾਂ ਦੀ ਲੰਗੋਟੀ ਬਹਿ ਗਈ ਹੈ, ਤੇ ਤੂੰ ਆਪਣੀ ਸਾੜੀ ਦਾ ਪੱਲਾ ਫਾੜ ਕੇ ਉਹਨਾਂ ਦੀ ਤਰਫ ਬਹਾ ਦਿੱਤਾ। ਔਰ ਉਹ ਪੱਲਾ ਉਹਨਾਂ ਨੇ ਜਿਹੜਾ ਕੱਪੜਾ ਜਿਹੜਾ ਫਾੜ ਕੇ ਤੂੰ ਬਹਾਇਆ, ਉਹਨਾਂ ਨੇ ਉਹ ਲੈ ਕੇ ਲਪੇਟ ਕੇ ਉਹ ਬਾਹਰ ਆਏ ਔਰ ਉਹਨਾਂ ਨੇ ਬੜੇ ਖੁਸ਼ ਹੋ ਕੇ ਕਿਹਾ ਕਿ ਜਿਸ ਤਰ੍ਹਾਂ ਤੂੰ ਅੱਜ ਮੇਰਾ ਨੰਗੇਜ ਕੱਜਿਆ, ਇੱਕ ਇੱਕ ਤਾਰ ਦਾ ਤੈਨੂੰ ਫਲ ਮਿਲੇਗਾ, ਪਰਮਾਤਮਾ ਤੇਰਾ ਪਰਦਾ ਕੱਜੇਗਾ। ਤੇ ਇਹ ਦੋਨੋਂ ਤੇਰੇ ਕਰਮ ਜਿਹੜੇ ਸੀ ਉਹ ਤੇਰੇ ਸਾਹਮਣੇ ਆਏ। ਲੇਕਿਨ ਉਹ ਦੁੱਖ ਵਿੱਚੋਂ ਕਿੰਨਾ ਨਿਕਲਣਾ ਪਿਆ। ਤੇ ਇਸ ਵਾਸਤੇ 20% ਤੇ ਭੋਗਣਾ ਹੀ ਪੈਂਦਾ ਹੈ ਪ੍ਰਾਲਬਧ ਕਰਮ। ਔਰ ਸਾਧਨਾ ਕਰਨ ਨਾਲ ਸੰਚਿਤ ਕਰਮ ਔਰ ਕਿਰਿਆਮਾਨ ਕਰਮ ਘਟ ਜਾਂਦੇ ਨੇ। ਉੱਥੇ ਨਾਲ ਹੀ ਨਾਲ ਪ੍ਰਾਲਬਧ ਕਰਮਾਂ ਦਾ ਬੋਝ ਵੀ ਘਟ ਜਾਂਦਾ, ਦੁੱਖ ਵੀ ਘਟ ਜਾਂਦਾ। ਕੋਈ ਨਾ ਕੋਈ ਪਰਮਾਤਮਾ ਰਸਤਾ ਬਣਾ ਦਿੰਦਾ ਕਿ ਅਸੀਂ ਉਹਦੇ ਚੋਂ ਨਿਕਲ ਜਾਂਦੇ ਹਾਂ। ਔਰ ਐਸੀਆਂ ਹਜ਼ਾਰਾਂ ਸਾਖੀਆਂ ਨੇ ਗੁਰੂਆਂ ਦੇ ਟਾਈਮ ਦੀਆਂ। ਸੋ ਸਮੇਂ ਅਨੁਸਾਰ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਭਗਤ ਸਦਨਾ ਜੀ ਦੀ ਦੇਖੋ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਚਾਹੇ ਕੋਈ ਰਵਿਦਾਸ ਜੀ ਚਮਾਰ ਸਨ, ਕਬੀਰ ਜੁਲਾਹਾ ਸਨ, ਭਗਤ ਸਦਨਾ ਜੀ ਕਸਾਈ ਸਨ, ਹਰ ਇੱਕ ਦੀ ਬਾਣੀ ਜਿਨ੍ਹਾਂ ਨੇ ਉਸ ਤत्व ਗਿਆਨ ਨੂੰ, ਬ੍ਰਹਮ ਗਿਆਨ ਨੂੰ ਪਾਇਆ, ਉਹਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜਗ੍ਹਾ ਦਿੱਤੀ। ਔਰ ਅੱਜ ਅਸੀਂ ਜਿੱਥੇ ਗੁਰੂਆਂ ਨੂੰ ਮੱਥਾ ਟੇਕਨੇ, ਅਸੀਂ ਇਹਨਾਂ ਸਾਰੇ ਭਗਤਾਂ ਨੂੰ ਮੱਥਾ ਟੇਕਨੇ ਆ। ਮੱਥਾ ਟੇਕਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਗੁਰਦੁਆਰੇ ਗਏ, ਪੈਸੇ ਦੇ ਮੱਥਾ ਟੇਕ ਕੇ ਆ ਗਏ, ਨਹੀਂ। ਉਹਨਾਂ ਨੇ ਕੀ ਸਿਧਾਂਤ ਦਿੱਤੇ ਨੇ, ਉਹਨਾਂ ਸਿਧਾਂਤਾਂ ਤੇ ਚੱਲਣਾ ਅਸਲੀ ਇਹ ਚੀਜ਼ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਜੋ ਮੈਨੂੰ ਥੋੜਾ ਇਤਿਹਾਸ ਦਾ ਪਤਾ ਚੱਲਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਔਰ ਇੱਕ ਚੀਜ਼ ਆਏ ਕਿ ਕਥਾ ਹੋ ਸਕਦਾ ਤੁਸੀਂ ਕੋਈ ਹੋਰ ਤਰ੍ਹਾਂ ਸੁਣੀ ਹੋਵੇ, ਕਿਉਂਕਿ ਅਗਰ ਤੁਸੀਂ 10 ਜਗ੍ਹਾ ਤੇ ਦੇਖੋਗੇ ਨਾ, ਤੇ 10 ਜਗ੍ਹਾ ਤੇ 10 ਚੀਜ਼ਾਂ ਅਲੱਗ-ਅਲੱਗ ਲਿਖੀਆਂ ਨੇ। ਕੀ ਸਹੀ ਹੈ ਕੀ ਸਹੀ ਨਹੀਂ ਹੈ, ਹੁਣ ਇੰਨੇ ਪੁਰਾਣੀਆਂ ਸਦੀਆਂ ਦੀਆਂ ਗੱਲਾਂ, ਤੇ ਉਹਦੇ ਚ ਬਹੁਤ ਮਿਲਾਵਟ ਹੋ ਚੁੱਕੀ ਹੈ। ਤੇ ਐਸੇ ਲਈ ਪਤਰੀ ਸਰ ਨੇ ਮੈਨੂੰ ਕਿਹਾ ਕਿ ਕਿਸੇ ਦੀ ਵੀ ਸੰਤ ਭਗਤ ਦੀ ਵੀ ਅਗਰ ਅਸੀਂ ਵਿਅਕਤੀਗਤ ਜੀਵਨ ਦੇ ਬਾਰੇ ਚ ਜਾਣਨਾ ਚਾਹਾਂਗੇ ਨਾ, ਫਿਰ ਅਸੀਂ ਉਲਝ ਜਾਵਾਂਗੇ। ਤੇ ਸਾਨੂੰ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਉਹਨਾਂ ਦੀ ਬਾਣੀ ਅੰਕਿਤ ਕਰਕੇ ਇੱਕ ਪ੍ਰਕਾਸ਼ ਸਾਡੇ ਲਈ ਬਣਾ ਦਿੱਤਾ ਕਿ ਅਸੀਂ ਇਹ ਦੇਖੀਏ ਕਿ ਉਹਨਾਂ ਨੇ ਸਿਧਾਂਤ ਕੀ ਦਿੱਤਾ, ਤੇ ਸਿਧਾਂਤ ਤੇ ਅਸੀਂ ਫੋਕਸ ਰੱਖੀਏ। ਅਗਰ ਅਸੀਂ ਕਥਾ ਔਰ ਸਾਖੀਆਂ ਉਹਨਾਂ ਤੇ ਕਰਾਂਗੇ ਕਿ ਇੱਥੇ ਤੇ ਹੋਰ ਤਰ੍ਹਾਂ ਸੁਣਾਇਆ ਸੀ, ਉਹਨਾਂ ਨੇ ਤੇ ਹੋਰ ਤਰ੍ਹਾਂ ਸੁਣਾਇਆ, ਫਿਰ ਅਸੀਂ ਉਹਦੇ 'ਚ ਉਲਝ ਜਾਵਾਂਗੇ। ਉਹਨਾਂ ਨੇ ਸਿਧਾਂਤ ਕੀ ਦਿੱਤਾ, ਗੁਰਬਾਣੀ ਕਿਸ ਚੀਜ਼ ਨੂੰ ਪ੍ਰਮਾਣਿਤ ਕਰ ਰਹੀ ਹੈ, ਅਗਰ ਅਸੀਂ ਸਿਧਾਂਤ ਤੇ ਪਕੜਾਂਗੇ, ਸਿਧਾਂਤ ਤੇ ਚੱਲਾਂਗੇ, ਤੇ ਫਿਰ ਸਾਡਾ ਰਸਤਾ ਬਣਦਾ ਜਾਏਗਾ। ਤੇ ਇਸ ਲਈ ਸਿਧਾਂਤ ਨੂੰ ਪਕੜਨਾ, ਕਿਸੇ ਬੰਦੇ ਨੂੰ ਨਹੀਂ ਪਕੜਨਾ, ਕਿਸੇ ਦੀ ਪਰਸਨਲ ਲਾਈਫ ਵਿੱਚ ਨਹੀਂ ਜਾਣਾ ਕਿ ਇੱਥੇ ਇੰਜ ਲਿਖਿਆ ਉੱਥੇ ਇੰਜ ਲਿਖਿਆ, ਨਹੀਂ। ਸਿਧਾਂਤ ਕੀ ਦਿੱਤਾ, ਸਿਧਾਂਤ ਨੂੰ ਪਕੜਨਾ, ਤੇ ਤਾਂ ਸਾਡਾ ਰਸਤਾ ਜਿਹੜਾ ਉਹ ਸਾਫ਼ ਹੁੰਦਾ ਰਹੇਗਾ। ਔਰ ਉਹਨਾਂ ਸਿਧਾਂਤਾਂ ਤੇ ਅਸੀਂ ਚੱਲਣਾ ਹੈ, ਤਾਂ ਹੀ ਇਹ ਸਭ ਸਾਨੂੰ ਗੁਰੂਆਂ ਨੇ ਗਿਆਨ ਦਿੱਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ।